सरदार जसवीर सिंह पट्टी उन्होंने। पट्टी साहब दिलों की सांझ दिल दी गहराइयों च स्वागत है तुहाडा जी। शुक्रिया जी मेरे मतलब सारे दोस्तों को वाहिगुरू जी का खालसा ते वाहिगुरू जी की फतेह जी। पट्टी साहब बहुत समा हो गया रेडियो ते गलबात नहीं हुई, कुछ साडे सत्कारयोग स्रोते बड़े लंबे समय तो कह रहे थे भी पट्टी साहब किधर गए। मैं जी पट्टी साहब इतने नहीं, रुझेवें ज्यादा हो गए, पट्टी साहब दी जिम्मेवारियां वध गई। दिल्ली कमेटी बारे दिल्ली कमेटी दीयां चोणां दे विच शायद जसवीर सिंह पट्टी उन्हां नालों अंदरलियां बरीकियां बारे कोई नहीं जानता। थोड़ा जिहा दस्सिओ कि इस वेले रिजल्ट आ गया है, 27 सीटां कहंदे मनजिंदर सिंह सरसा आप हार गए ने, उन्होंने पार्टी जित गई है। 16 सीटां कह रहे हैं कि परमजीत सिंह सरना हुणी, 3 सीटां ने मनजीत सिंह जीके हुणी, 1 जहेदार रणजीत सिंह होना वाली। ये सारे कासे दे विच अंदर इस जिहड़ी खिलरी होई खुदो है, इहदे विच लीरां किहड़ियां ने अलग खोल के दस्सिओ जी। जिहड़ी पहली गल तो है जी, 2 बंदियां दे दोष लगे सी भी भ्रिष्टाचार दे, एक लगे सी मनजिंदर सिंह सिरसा ते एक लगे सी मनजीत सिंह जीके जी। मनजीत सिंह जीके आप तो भावें उन्हें आप जित के, लेकिन पार्टी जिहड़ी सी वो निहंग दे बाटे नूं मानी गई जी। ਜਿਹੜੇ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਸੀ ਉਹਨਾਂ ਦੇ ਦੋਸ਼ ਲੱਗੇ ਸੀ, ਉਹ ਚੋਣ ਹਾਰ ਗਏ ਵੀ ਦਿੱਲੀ ਦੇ ਸਿੱਖਾਂ ਨੇ ਕਹਿਤਾ ਪਈ ਨਹੀਂ ਇਹ ਜਿਹੜੇ ਬਾਗੀ ਬੰਦੇ ਇਹਨਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਜੀ। ਸਭ ਤੋਂ ਵੱਡੀ ਗੱਲ ਇਹ ਹੈ ਵੀ ਆਮ ਤੌਰ ਤੇ ਜਿਹੜੀਆਂ ਵੋਟਾਂ ਸੀ 5000 ਦੇ ਕਰੀਬ ਜਿਹੜੀਆਂ ਸੀ ਹਰ ਵੇਲੇ ਜਿਹੜੀਆਂ ਸੀ ਉਹ ਰਿਜੈਕਟ ਹੁੰਦੀਆਂ ਸੀ। 30-35,000 ਦੇ ਕਰੀਬ 30-35,000 ਜੀ ਜਿਹੜੀਆਂ ਇੰਨੀਆਂ ਵੋਟਾਂ ਰਿਜੈਕਟ ਹੋਈਆਂ ਨਾ, ਉਹਨਾਂ ਨੇ ਇਸ ਰਿਜ਼ਲਟ ਉੱਤੇ ਬੜਾ ਪ੍ਰਭਾਵ ਪਾਇਆ। ਇੱਕ ਬੂਥ ਦੇ ਉੱਤੇ ਜੇ 500 ਵੋਟ 420 ਵੋਟਾਂ ਰਿਜੈਕਟ ਹੋ ਗਏ, ਬਾਕੀ ਰਹਿ ਕੀ ਗਏ ਜੀ। ਇਸ ਕਰਕੇ ਜੇ ਅਜੇ ਵੀ ਉਹਨਾਂ ਦੇ ਜੇ ਕੋਈ ਰਿਬੇਟ ਦੇ ਕੇ ਥੋੜੀ ਬਾਰੀ ਕਿਸੇ ਗੁੰਜਾਇਸ਼ ਦੇ ਕੇ ਜੇ ਵੋਟਾਂ ਦੁਬਾਰਾ ਗਿਣੀ ਜਾਣ ਤਾਂ ਜੇ ਕਈ ਜਿਹੜੇ ਰਿਜ਼ਲਟ ਉਰਦੂ ਵਿੱਚ ਹੋ ਸਕਦੇ, ਪਰ ਹੋਣੇ ਨਹੀਂ ਉਹ ਕੋਟ ਕਰ ਸਕਦੀ ਆ। ਡਾਇਰੈਕਟਰ ਜਿਹੜਾ ਡਾਇਰੈਕਟਰ ਹੈਗਾ ਗੁਰਦੁਆਰਾ ਚੋਣ ਕਿਸੇ ਦੀ ਕੋਈ ਅਧਿਕਾਰ ਨਹੀਂ ਰਹਿ ਗਿਆ। ਫਿਰ ਦੂਜੇ ਚੱਲਦੇ ਆ ਜਿਹੜੀ ਗੱਲ ਤੁਸੀਂ ਕਹੀ ਹੈ, ਪਰਮਜੀਤ ਸਿੰਘ ਸਰਨੇ ਕੋਲੇ ਪਿਛਲੀ ਵਾਰੀ 7 ਸੀਟਾਂ ਸੀ, ਐਤਕੀ ਉਹਨਾਂ ਕੋਲ 14 ਸੀਟਾਂ। 14 ਸੀਟਾਂ ਦੇ ਵਿੱਚ ਨਾਲ 3 ਸੀਟਾਂ ਜਿਹੜੀ ਜਾਗੋ ਪਾਰਟੀ ਮਨਜੀਤ ਸਿੰਘ ਜੀਤੀ ਨੇ ਪਾ ਲਈਏ ਤੇ ਉਹਦੇ 17 ਸੀਟਾਂ ਹੋ ਜਾਂਦੀਆਂ। ਇੱਕ ਸੀਟ ਭਾਈ ਰਣਜੀਤ ਸਿੰਘ ਦੀ ਜਿਹੜੀ ਪੰਥਕ ਸੇਵਾਦਾਰ ਉਹਦੀ ਹੈ, ਤੇ ਇੱਕ ਸੀਟ ਆਜ਼ਾਦ ਆ ਮਰਵਾਹਾ ਸਾਹਿਬ ਸੁਰਿੰਦਰ ਸਿੰਘ ਮਰਵਾਹਾ ਇੱਕ ਅਜਿਹਾ ਵਿਅਕਤੀ ਆ ਜਿਹੜਾ ਹਰ ਵਾਰੀ ਚੋਣ ਜਿੱਤਦਾ, ਜਿਹਦਾ ਕਾਰਨ ਲੋਕਾਂ ਦੇ ਨਾਲ ਥੋੜਾ ਅੰਦਰ ਤੱਕ ਜੁੜਿਆ ਹੋ। ਉਹਨੂੰ ਭੁੰਜੇ ਬਹਾ ਲਓ, ਉਹਨੂੰ ਕੁਰਸੀ ਤੇ ਬਿਠਾ ਲਓ, ਜੇ ਮਰਜ਼ੀ ਬਿਠਾ ਲਓ, ਕੋਈ ਗੱਲ ਨਹੀਂ। ਤੇ ਜਦੋਂ ਸੀਤਾਰਾਮ ਕੇਸਰੀ ਪ੍ਰਧਾਨ ਸੀ ਨਾ ਕਾਂਗਰਸ ਦਾ, ਉਹਦੇ ਦਫ਼ਤਰ ਬਾਹਰ ਬੈਠਾ ਹੁੰਦਾ ਸੀ ਤੇ ਆਮ ਲੋਕਾਂ ਨੂੰ ਫੋਨ ਵੀ ਕਰਦਾ ਸੀ, ਲੋਕਾਂ ਦੇ ਕੰਮ ਵੀ ਕਰਦਾ ਸੀ। ਉੱਥੋਂ ਦੀ ਜੜ ਲੱਗੀ ਹੈ ਤੇ ਕੰਮ ਕਰਨਾ ਨਹੀਂ ਆਉਂਦਾ ਜੀ। ਉਹਨੂੰ ਪਾ ਕੇ ਤੇ 19 ਸੀਟਾਂ ਇਸ ਵੇਲੇ ਜਿਹੜੀਆਂ ਸਰਨਾ ਧਰਜੇ ਕੋਲੇ ਤੇ 27 ਸੀਟਾਂ ਜਿਹੜੀਆਂ ਬਾਦਲਦਾਰ ਕੋਲੇ ਜੀ। ਇਹਦੇ ਵਿੱਚ ਹੋਇਆ ਕੀ ਹੋਇਆ, ਇਹਦੇ ਵਿੱਚ ਜਿਹੜੀਆਂ 46 ਹਲਕਿਆਂ ਚੋਣ ਹੋਈ ਆ, 46 ਤੋਂ ਬਾਅਦ ਜਿਹੜੇ 5 ਬੰਦੇ ਇੱਕ ਨੋਮੀਨੇਟ ਕਰਕੇ ਜਿਹੜਾ ਵਾ SGPC ਨੇ ਭੇਜਣਾ ਤੇ 2 ਨੋਮੀਨੇਸ਼ਨ ਜਿਹੜੀ ਆ 16 ਬੰਦਿਆਂ ਪਿੱਛੇ ਇੱਕ ਨੋਮੀਨੇਸ਼ਨ ਹੋਣੀ। ਉਹ 2 ਨੋਮੀਨੇਸ਼ਨ ਹੋਣੀਆਂ ਤੇ ਉਹ ਜੇ ਤੇ ਪਿਛਲੀ ਵਾਰੀ ਜਿਹੜੀ ਸੀ 2017 ਦੇ ਵਿੱਚ ਉਹ ਬਾਦਲ ਕਾਲੀ ਤੇ 2 ਹੋ ਗਈ ਸੀ, ਕਿਉਂਕਿ ਉਹਨਾਂ ਕੋਲ 37 ਉਮੀਦਵਾਰ ਸਨ। ਇਸ ਵਾਰੀ 27 ਆ, ਉਹਨਾਂ ਕੋਲ ਇੱਕ ਹੋਏਗੀ ਤੇ ਇੱਕ ਸਰਨਾ ਧਲੇ ਦੇ ਆ ਜਾਏਗੀ। ਮਤਲਬ ਸਰਨਾ ਧਲੇ ਦੇ ਜਿਹੜੇ ਉਮੀਦਵਾਰ ਉਹ 20 ਹੋ ਜਾਣਗੇ ਤੇ ਇਹਨਾਂ ਦੇ 28 ਹੋ ਜਾਣਗੇ ਜੀ। ਉਸ ਤੋਂ ਇਲਾਵਾ 2 ਜਿਹੜੀਆਂ ਦਿੱਲੀ ਦੀਆਂ ਕੋਈ 300 350 ਜਿਹੜੀਆਂ ਰਜਿਸਟਰਡ ਸਿੰਘ ਸਭਾਵਾਂ ਵਾ, ਉਹਨਾਂ ਦੀ ਲਾਟਰੀ ਸਿਸਟਮ ਹੁੰਦਾ। ਉਹਨਾਂ ਦੇ ਬਕਾਇਦਾ ਤੌਰ ਤੇ ਸਿੰਘ ਸਭਾਵਾਂ ਨਾਂ ਦਿੰਦੀਆਂ ਵੀ ਸਾਡੇ ਬੰਦੇ ਦਾ ਇਹਦਾ ਨਾਂ ਪਾ ਦਿਓ। ਉਹ ਨਾਂ ਪਾ ਕੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਡੱਬੇ ਚ ਪਾਇਆ ਜਾਂਦਾ, ਹਿਲਾਇਆ ਜਾਂਦਾ। ਹਿਲਾਉਣ ਤੋਂ ਬਾਅਦ 2 ਵਿੱਚ ਚੁੱਕੇ ਜਾਂਦੇ, ਜਿਹਨੇ ਨਾਂ ਨਿਕਲ ਆਵੇ ਉਹ ਨੋਮੀਨੇਟ ਹੋ ਜਾਂਦੇ। ਉਹ ਨੋਮੀਨੇਸ਼ਨ ਜਿਹੜੀ ਹੋਣੀ ਉਹ 9 ਤਰੀਕ ਨੂੰ ਹੋਣੀ ਹੈ ਸਾਰੀ।
ਮਨਜਿੰਦਰ ਸਿੰਘ ਸਿੱਖਾ ਜਿਹੜੇ ਨੇ ਉਹ ਫਿਰ ਪ੍ਰਧਾਨਗੀ ਦੇ ਉਮੀਦਵਾਰ ਉਮੀਦਵਾਰ। ਪਹਿਲੀ ਗੱਲ ਤੇ ਮਨਜਿੰਦਰ ਸਿੰਘ ਸਿੱਖਾ ਨੂੰ ਆਪ ਚਾਹੀਦਾ ਸੀ ਵੀ ਜੇ ਵਾਕਿਆ ਹੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਇੱਕ ਜਥੇਬੰਦੀ ਦੀ, ਇੱਕ ਪਾਰਟੀ ਨੂੰ, ਤੁਸੀਂ ਕਹਿੰਦੇ ਸੁਖਬੀਰ ਸਿੰਘ ਬਾਦਲ ਜੀ ਮੈਂ ਹਾਰ ਗਿਆ ਵਾ, ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ। ਸੁਖਬੀਰ ਸਿੰਘ ਬਾਦਲ ਦੇ ਘਰ ਜਦੋਂ ਇਹ ਇਕੱਠੇ ਹੋਏ ਨੇ, ਉਹਨਾਂ ਦੇ 27 ਮੈਂਬਰ ਤੇ ਉੱਥੇ ਬਕਾਇਦਾ ਤੌਰ ਤੇ ਹਰਮੀਤ ਸਿੰਘ ਕਾਲਕਾ ਦੇ ਹੱਕ ਨਾਅਰੇਬਾਜ਼ੀ ਹੋਈ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ। ਉਹ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਨਹੀਂ, ਪ੍ਰਧਾਨ ਤੇ ਮਨਜਿੰਦਰ ਸਿੰਘ ਸਿੱਖਾ ਬਣੇਗਾ। ਆ ਚਿੱਠੀ ਨੂੰ ਮੰਗਵਾਈ ਐਸਜੀਪੀਸੀ ਕੋਲ, ਇਹਨਾਂ ਦੀ ਨੋਮੀਨੇਸ਼ਨ ਜ਼ਰੂਰ ਹੋਣੀ। ਫਿਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਠੀਕ ਹੈ ਜੀ, ਤੁਸੀਂ ਜੇ ਚਿੱਠੀ ਮੰਗਵਾਈ ਤੁਹਾਡੀ ਮਰਜ਼ੀ, ਬਾਕੀ ਸੋਚ ਲੈਣਗੇ ਮੈਂਬਰਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਉਹਨਾਂ ਵੱਲੋਂ ਥੋੜਾ ਜਿਹਾ ਰੋਸ ਕਰਦੇ ਫਿਰ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ 2 ਸਾਲ ਪ੍ਰਧਾਨ ਸਿੱਖਾ ਰਹੇਗਾ ਤੇ 2 ਸਾਲ ਹਰਮੀਤ ਸਿੰਘ ਕਾਲਕਾ ਰਹੇਗਾ। ਜਿਹੜਾ ਵਾ ਉਹ ਮਨਜਿੰਦਰ ਸਿੰਘ ਸਿੱਖਾ ਰਹੇਗਾ। ਹੁਣ ਪਹਿਲਾਂ ਰਹਿਣ ਦਾ ਕਾਰਨ ਕੀ ਹੈ ਤੁਹਾਨੂੰ ਦੱਸਣ ਲੱਗਾ, ਇਹ ਗੱਲ ਇੰਟਰਸਟਿੰਗ ਹੈ ਜੀ। 2019 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਤੇ ਬਕਾਇਦਾ ਤੌਰ ਤੇ ਇੱਥੋਂ ਇੱਕ ਐਂਬੂਲੈਂਸ ਭਰ ਕੇ ਲੋਕਾਂ ਨੇ ਗਈ ਸੀ ਬਠਿੰਡੇ ਦੇ ਵਿੱਚ। ਉੱਥੇ ਲੋਕਾਂ ਨੇ ਫੜ ਕੇ ਇਹਨਾਂ ਦੇ ਬੰਦੇ ਵੀ ਕੁੱਟੇ ਸੀ ਜਿਹੜੇ ਬਕਾਇਦਾ ਤੌਰ ਤੇ ਪੈਸੇ ਵੰਡ ਰਹੇ ਸੀ। ਐਂਬੂਲੈਂਸ ਨੇ ਕਿਹਾ ਸ਼ਾਇਦ ਜ਼ਬਤ ਹੋਈ ਸੀ, ਪੈਸੇ ਕਿੱਥੋਂ ਗਏ ਸੀ? ਉਹ ਗੁਰੂ ਦੀ ਗੋਦ ਦੇ ਵਿੱਚੋਂ ਗਏ ਸੀ। ਹੁਣ ਸੁਖਬੀਰ ਸਿੰਘ ਬਾਦਲ ਨੂੰ ਪਤਾ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਲੱਗੇ, ਸਾਨੂੰ ਨੋਟਾਂ ਦੀ ਲੋੜ ਪੈਣੀ ਹੈ, ਤੇ ਉਹ ਮਨਜਿੰਦਰ ਸਿੰਘ ਸਿੱਖਾ ਮਿਲ ਸਕਦਾ, ਹਰਮੀਤ ਸਿੰਘ ਕਾਲਕਾ ਜਿਹਨਾਂ ਦਮ ਨਹੀਂ। ਇਸ ਕਰਕੇ ਉਹਨੂੰ ਪਹਿਲਾਂ ਕਿਹਾ ਗਿਆ ਭਾਈ ਤੂੰ ਪਹਿਲਾਂ 2 ਸਾਲ ਪੂਰੇ ਕਰਨਾ, ਬਾਅਦ ਦੇ 2 ਸਾਲ ਹਰਮੀਤ ਸਿੰਘ ਕਾਲਕੇ ਨੂੰ ਦੇ ਦਿਆਂਗੇ। ਲੇਕਿਨ ਇਹ ਇੰਨਾ ਸੌਖਾ ਨਹੀਂ। ਕਿਉਂ? 20 ਬੰਦੇ ਆਗੇ ਪਰਮਜੀਤ ਸਿੰਘ ਸਰਨੇ ਕੋਲ, 2 ਬੰਦੇ ਜਿਹੜੇ ਸਿੰਘ ਸਭਾਵਾਂ ਚ ਹੋਣੇ ਆ ਉਹ ਵੀ ਉਹਨਾਂ ਦੇ ਭਾਈਚਾਰੇ ਦੇ ਹੋਣੇ। ਭਾਈਚਾਰੇ ਦੇ ਮਤਲਬ ਜਿਹੜੀ ਉਹ ਜਿਹੜੇ ਕੋਈ ਰੋੜੇ ਖੱਤਰੀ ਹੋਣਗੇ, ਦੂਜੇ ਹੋਣਗੇ, ਜਦ ਲੋਕ ਉੱਥੇ ਇਹ ਨੇ ਕੋਈ ਕਤਲ ਫਤਲ ਨਹੀਂ ਹੈਗੀ। ਜੀ ਹੋ ਸਕਦਾ ਵੀ ਇਹਨੇ ਨਿਕਲਣ ਦੇ ਇੱਕ ਨਿਕਲ ਆਵੇ ਤੇ ਫਿਰ ਇਹਨਾਂ ਬੰਦਿਆਂ ਦੀ ਲੋਕ ਬਣੀ ਸੀ 4 ਬੰਦਿਆਂ ਦੀ ਲੋਕ। ਅੱਛਾ ਜੀ। ਮਨਜਿੰਦਰ ਸਿੰਘ ਸਿੰਧੇ ਨੂੰ ਪ੍ਰਧਾਨਗੀ ਦਾ ਉਮੀਦਵਾਰ ਕਰਕੇ ਉਹਨਾਂ ਚ ਘੁਸਰ ਮੁਸਰ ਸ਼ੁਰੂ ਹੋ ਗਈ। ਇਹਨਾਂ ਦੇ ਮੈਂਬਰਾਂ ਦੇ ਵਿੱਚ ਵੀ ਹਰਿਆ ਬੰਦਾ ਪ੍ਰਧਾਨ ਕਿਉਂ ਬਣਾਇਆ ਜਾਏ? ਬਿਲਕੁਲ ਜੋ ਘੁਸਰ ਮੁਸਰ ਸ਼ੁਰੂ ਹੋ ਗਿਆ ਤੇ ਇਹ ਜਿਹੜੇ ਨਤੀਜੇ ਇਹ ਬਦਲ ਹੀ ਸਕਦੇ ਆ। ਇਹਦੇ ਬਾਰੇ 9 ਤਰੀਕ ਨੂੰ ਨੋਮੀਨੇਸ਼ਨ ਕੰਪਲੀਟ ਕਰਨੀ ਹੈ ਤੇ ਫਿਰ 25 ਸਤੰਬਰ ਨੂੰ ਚੋਣ ਹੋਣੀ ਹੈ ਪ੍ਰਧਾਨਗੀ ਦੀ, ਸੀਨੀਅਰ ਵਾਈਸ ਪ੍ਰਧਾਨ ਦੀ, ਮੀਤ ਪ੍ਰਧਾਨ ਦੀ, ਜੁਆਇੰਟ ਸੈਕਟਰੀ ਦੀ, ਜਨਰਲ ਸੈਕਟਰੀ ਦੇ 10 ਐਗਜ਼ੈਕਟਿਵ ਮੈਂਬਰ। ਅੱਛਾ ਜੀ। 25 ਨੂੰ 20 ਤਰੀਕ ਨੂੰ ਸਾਰਾ ਕਾਕਾ ਕਲੀਅਰ ਹੋ ਜਾਏਗਾ ਜੀ। ਪਰ ਪਹਿਲਾਂ ਪਤੀ ਸਾਹਿਬ ਕਦੇ ਅੱਜ ਤੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਹਾਰਿਆ ਹੋਇਆ ਵਿਅਕਤੀ ਹੈ ਜਿਹੜਾ ਉਹਨੂੰ ਪ੍ਰਧਾਨ ਬਣਾਇਆ ਗਿਆ, ਕਿਉਂਕਿ 25 ਤਰੀਕ ਨੂੰ ਵੋਟਾਂ ਪੈਂਦੀਆਂ ਨੇ। 24 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਨੋਮੀਨੇਟ ਐਸਜੀਪੀਸੀ ਵੱਲੋਂ ਕਰਕੇ ਭੇਜਦੀ ਹੈ। ਇਹ ਕਿਵੇਂ ਪੋਸੀਬਲ ਹੋ ਸਕਦਾ ਕਿ ਇਹਦਾ ਮਤਲਬ ਹੈ ਮਨਜਿੰਦਰ ਸਿੰਘ ਸਰਸਾ ਨੇ ਹਾਰ ਆਪਣੀ ਵੋਟਾਂ ਤੋਂ ਬਾਅਦ ਮੰਨ ਲਈ ਸੀ ਕਿ ਮੈਂ ਹਾਰ ਚੁੱਕਾ। 24 ਤਰੀਕ ਦਾ ਲੈਟਰ ਹੈ, ਉਹ 25 ਨੂੰ ਵੋਟਾਂ ਦੀ ਗਿਣਤੀ ਹੋਣੀ ਸੀ। ਇਹ ਕਿਵੇਂ ਹੋ ਗਿਆ ਕਿ 24 ਤਰੀਕ ਨੂੰ ਇਹ ਹਾਰ ਮੰਨ ਚੁੱਕੇ ਸੀ ਕਿ ਮਨਜਿੰਦਰ ਸਿੰਘ ਸਰਸਾ ਹਾਰੇਗਾ? ਜਿਹੜਾ ਰੱਬ ਹੈ ਨਾ, ਰੱਬ ਬੜਾ ਬੇਅੰਤ ਹੈ। ਮਨਜਿੰਦਰ ਸਿੰਘ ਸਰਸਾ ਨੇ ਪਹਿਲਾਂ 2 ਗੱਲਾਂ ਕਹੀਆਂ ਸੀ ਇਲੈਕਸ਼ਨ ਤੋਂ ਪਹਿਲਾਂ। ਪਹਿਲੀ ਗੱਲ ਤਾਂ ਮੈਂ ਕਿਹਾ ਸੀ ਕਿ ਅਸੀਂ 46 ਦੇ ਵਿੱਚੋਂ 45 ਜਿੱਤਾਂਗੇ, 45 ਤੋਂ ਜਿੱਤੇ ਤੇ 46 ਜ਼ਰੂਰ ਆ ਗਏ। ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਜੇ ਸਾਨੂੰ 40 ਸੀਟਾਂ ਨਹੀਂ ਹੋਣੀਆਂ ਤੇ ਮਨਜਿੰਦਰ ਸਿੰਘ ਸਿੱਖਾ ਪ੍ਰਧਾਨ ਨਹੀਂ ਬਣੇਗਾ। ਬਿਲਕੁਲ ਬਿਆਨ ਹੈ। ਠੀਕ ਹੈ ਜੀ। ਜਿਹੜੀ ਗੱਲ ਹੁਣ ਤੁਸੀਂ ਕੀਤੀ ਹੈ ਕਿ ਇਸ ਤੋਂ ਪਹਿਲਾਂ ਕੋਈ ਪ੍ਰਧਾਨ ਹਰਿਆ ਹੋਇਆ ਬੰਦਾ ਬਣਿਆ ਵਾ, ਦਿੱਲੀ ਦੇ ਵਿੱਚ ਬਿਲਕੁਲ ਨਹੀਂ ਬਣਿਆ। ਲੇਕਿਨ ਐਸਜੀਪੀਸੀ ਦੇ ਵਿੱਚ ਰਘੂਜੀਤ ਸਿੰਘ ਵਿਰਕ ਜਿਹੜਾ ਹਰਿਆਣੇ ਤੋਂ ਸੀ ਉਹ ਚੋਣ ਹਾਰ ਗਿਆ ਸੀਗਾ, ਉਹ ਬਾਦਲਾਂ ਦਾ ਰਿਸ਼ਤੇਦਾਰ। ਤੇ ਜਿਹੜੇ ਬੰਦੇ 15 ਐਸਜੀਪੀਸੀ ਨੋਮੀਨੇਟ ਕੀਤੇ ਜਾਂਦੇ ਉਹਦਾ ਨਾਂ ਪਾ ਕੇ ਉਹਨੂੰ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਗਿਆ। ਇਸ ਕਰਕੇ ਇਹ ਫਿਦਰਤ ਪੁਰਾਣੀ ਉਹਨਾਂ ਦੀ ਜਿਹੜੇ ਹਰੇ ਹੋਏ ਬੰਦੇ ਆ ਉਹਨਾਂ ਨੂੰ ਵੀ
ਜਿਹੜੇ ਹਾਰੇ ਘੋੜੇ ਨੇ ਉਹਨਾਂ ਨੂੰ ਜਿਹੜੀ ਸਵਾਰੀ ਕਰਦੀ ਹੈ ਜਾਂਚ ਕਿਵੇਂ ਕਰਨੀ ਹੈ। ਜਿਹੜਾ ਹਾਰਿਆ ਬੰਦਾ ਤੁਸੀਂ ਉਹਨੂੰ ਪ੍ਰਧਾਨ ਬਣਾਓਗੇ ਤਾਂ ਤੁਹਾਡੇ ਉਂਗਲਾਂ ਨੱਚੇਗਾ, ਤੁਹਾਡੇ ਸ਼ਰਨ ਵਿੱਚ ਨੱਚੇਗਾ। ਕੱਲ ਮਨਜਿੰਦਰ ਸਿੰਘ ਸਿਰਸਾ ਨੂੰ ਇਹੀ ਸਵਾਲ ਪੁੱਛਿਆ ਗਿਆ ਸੀ। ਮਨਜਿੰਦਰ ਸਿੰਘ ਸਿਰਸਾ ਕਹਿੰਦਾ ਸੀ ਵੇਖੋ ਜਿਹੜਾ ਢੀਂਡਸਾ ਉਹ ਵੀ ਕਾਂਗਰਸ ਦੇ ਭਾਜਪਾ ਦਾ ਏਜੰਟ ਆ, ਇਹ ਪੰਥ ਵਿਰੋਧੀ ਦੇ, ਇਹ ਪੰਥ ਨਹੀਂ ਹੈਗੇ, ਪੰਥ ਸ਼੍ਰੋਮਣੀ ਅਕਾਲੀ ਦਲ। ਵਾਹ ਜੀ ਵਾਹ। ਜਗੀਰਪੁਰ ਬੈਠੀ ਸੀ, ਬਿਲਕੁਲ ਬੀਬੀ ਜਗੀਰਪੁਰ ਬੈਠੀ ਸੀ, ਕਾਲਕਾ ਬੈਠਾ ਸੀ, ਉਹ ਬਕਾਇਦਾ ਤੌਰ ਤੇ ਸਿੱਖਾ ਬੈਠਾ ਸੀ। ਮੈਂ ਕਿਹਾ ਸਿੱਖਾ ਸਾਹਿਬ 1999 ਵਿੱਚ ਜਦੋਂ ਜਥੇਦਾਰ ਗੁਰਚਰਨ ਸਿੰਘ ਥੋੜਾ ਲੱਗ ਗਿਆ ਤੇ ਸਰਬੱਤ ਅਕਾਲੀ ਦਲ ਬਣਾਇਆ ਤੇ ਤੁਸੀਂ ਕਿਹਾ ਸੀ ਇਹ ਕਾਂਗਰਸ ਦੀ ਬੀ ਟੀਮ ਆ ਜੀ। ਬੀਬੀ ਕਹਿੰਦੀ ਨਹੀਂ ਸਿਆਸੀ ਗੱਲ ਨਹੀਂ ਕਰੀ। ਮੈਂ ਕਿਹਾ ਮੇਰੀ ਬੀਬੀ ਗੱਲ ਸੁਣ ਲਿਓ, ਸਿਆਸੀ ਗੱਲ ਤੁਸੀਂ ਕਹੀ ਤੇ ਧਾਰਮਿਕ ਗੱਲ ਕੀ ਕਹਿੰਦੇ ਤੁਸੀਂ ਸਿਆਸੀ ਕੀਤੀ ਆ। ਜਦੋਂ ਉਹਨਾਂ ਦੀ ਵਾਪਸੀ ਹੋਈ ਸੀ ਦੇਖਿਆ 16 ਤੇ 17 ਜੁਲਾਈ ਸੀ 2003 ਤੋਂ ਉਦੋਂ ਤੁਸੀਂ ਕਹਿੰਦੇ ਸੀ ਰਾਤੋਂ ਰਾਤ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਚੋਣੇ ਧੋ ਕੇ ਬੰਦਾ ਸੀ ਇਹ ਤਾਂ ਪੰਥਨ ਬਣ ਗਈ, ਇਹ ਤਾਂ ਪੰਥਰ ਤਾਂ ਨਹੀਂ ਗਿਆ। ਤੁਹਾਡੇ ਕੋਲ ਕਿਹੜੀ ਮਸ਼ੀਨ ਹੈਗੀ ਆ ਧੋਣ ਵਾਸਤੇ ਦੱਸ ਕੇ ਸਾਨੂੰ ਦਿਖਾ ਦਿਓ ਤੁਹਾਨੂੰ ਮਾੜੀ ਜਿਹੀ ਮਸ਼ੀਨ। ਗੁੱਸਾ ਚੜ ਗਿਆ ਬੋਲਣਾ ਮੈਂ ਕੀਤਾ ਜੇ ਕੀਤਾ ਵੀ ਸਾਡੀ ਗੱਲ ਕਦਰੀ ਪਈ ਨਹੀਂ ਜਵਾਬ ਕਰਾਂ ਜੀ ਕਦਾ ਸਵਾਗਤ ਨਹੀਂ ਕਰਦਾ ਸੀ। ਇਹ ਕੋਈ ਪੰਥ ਵਾਸਤੇ ਕੀਤਾ ਕੋਈ ਵੱਡਾ ਕੰਮ ਕੀਤਾ ਤੁਸੀਂ ਕੀ ਬੜੀ ਕੁਰਬਾਨੀ ਕੀਤੀ ਸੀ। ਸ਼ੁਰੂ ਕਹਿੰਦੇ ਜੀ ਇਹ ਗਦਾਰ ਨੇ ਜੀ, ਇਹ ਪੰਥ ਵਿਰੋਧੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 40-50 ਸਾਲ ਸਿਆਸੀ ਕਰਦੇ। ਤੁਸੀਂ ਰਣਜੀਤ ਸਿੰਘ ਬ੍ਰਹਮ ਨੇ ਉੱਠ ਕੇ ਭੱਜ ਕੇ ਫਟਾਫਟ ਮੈਂ ਗੱਲ ਸਮਝੇ ਮੇਰੀ ਹੁੰਦੀ ਜਗਦੇ ਲਈ ਇੱਕ ਡੈਫੀਨੇਸ਼ਨ ਦੇ ਦਿਓ ਨਾ। ਡੈਫੀਨੇਸ਼ਨ ਕੀ ਆ ਪੰਥ ਵਿਰੋਧੀ ਡੈਫੀਨੇਸ਼ਨ 10 ਡੈਫੀਨੇਸ਼ਨ ਹੈਗੀ ਉਹ ਤੁਹਾਡੇ ਕੋਲ ਡੈਫੀਨੇਸ਼ਨ ਹੈ ਕੋਈ ਨਹੀਂ। ਇਸ ਕਰਕੇ ਮਨਜਿੰਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਮਨਜਿੰਦਰ ਸਿੰਘ ਪਹਿਲਾਂ ਦਿੱਲੀ ਕਮੇਟੀ ਦੀਆਂ 8 ਚੋਣਾਂ ਹੋਈਆਂ, 8 ਚੋਣਾਂ 8 ਚੋਣਾਂ ਦੇ ਵਿੱਚ ਪਹਿਲੀ ਵਾਰੀ ਕੋਈ ਵਿਅਕਤੀ ਜਿਹੜਾ ਵਾ ਹਾਰਿਆ ਹੋਇਆ ਵਿਅਕਤੀ ਪ੍ਰਧਾਨ ਬਣੇਗਾ ਔਰ ਦਿੱਲੀ ਦੇ ਸਿੱਖ ਨੂੰ ਬਰਦਾਸ਼ਤ ਨਹੀਂ ਕਰਨਗੇ। ਦੱਸੋ ਅੱਛਾ ਜੀ। ਇੱਕ ਪੱਟੀ ਸਾਹਿਬ ਕਿਉਂਕਿ ਤੁਹਾਡਾ ਵਿਸ਼ਲੇਸ਼ਣ ਤੁਸੀਂ ਬੜਾ ਨੇੜਿਓਂ ਇੱਕ ਪ੍ਰਬੰਧਕ ਨੂੰ ਜਾਣਦੇ ਹੋ, ਇੱਕ ਮੈਂਬਰ ਬਾਰੇ ਤੁਹਾਨੂੰ ਪੂਰੀ ਵਾਕਫੀਅਤ ਹੈ। ਅਸੀਂ ਭਾਵੇਂ 7 ਸਮੁੰਦਰੋਂ ਪਾਰ ਬੈਠੇ ਹਾਂ, ਬੜਾ ਚਿਰ ਹੋ ਗਿਆ, ਪਰ ਇੱਥੇ ਥੋੜ੍ਹਾ ਜਿਹਾ ਦੱਸਿਓ ਤੁਹਾਨੂੰ ਲੱਗਦਾ ਨਹੀਂ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੇਲੇ ਜਿਹੜੀਆਂ 6 ਪਾਰਟੀਆਂ ਲੜ ਰਹੀਆਂ ਸੀ, ਪਰਮਜੀਤ ਸਿੰਘ ਸਰਨਾ, ਜਥੇਦਾਰ ਰਣਜੀਤ ਸਿੰਘ, ਮਨਜੀਤ ਸਿੰਘ ਗ੍ਰੇਟਰ ਕੈਲਾਸ਼, ਬਲਦੇਵ ਸਿੰਘ ਵਡਾਲਾ ਤੇ 1-2 ਹੋਰ ਸਨ, ਇਹ ਸਾਰੇ ਦੇ ਸਾਰੇ ਲੜ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ, ਮਨਜਿੰਦਰ ਸਿੰਘ ਸਰਸਾ ਦੇ ਖਿਲਾਫ। ਇਹਨਾਂ ਨੂੰ ਪਤਾ ਸੀ ਕਿ ਉਹ ਸ਼ਕਤੀਸ਼ਾਲੀ ਪਾਰਟੀ ਹੈ, ਗੋਲਕ ਉਹਨਾਂ ਕੋਲ ਹੈ, ਗੋਲਕ ਲੁੱਟਣ ਦੇ ਚਾਰਜ ਉਹਨਾਂ ਤੋਂ ਦੋਸ਼ ਲੱਗੇ ਹੋਏ ਆ, ਉਹ ਬਹੁਤ ਕੁਝ ਕਰ ਸਕਦੇ ਆ। ਮੈਂ ਪਿਛਲੇ ਦਿਨੀ 2-3 ਵਾਰੀ ਕੋਸ਼ਿਸ਼ ਕੀਤੀ ਬਲਦੇਵ ਸਿੰਘ ਜਿਹੜਾ ਵਡਾਲਾ ਹੈ ਉਹਨਾਂ ਨੂੰ ਕਿ ਭਾਈ ਸਾਹਿਬ ਜੀਓ ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਾਂ ਕੌਮ ਦਾ ਤੁਹਾਨੂੰ ਲੱਗਦਾ ਕਿ ਦੁਸ਼ਮਣ ਆ, ਲਓ ਜੀ ਇਹ ਜਥਾ ਇਹ ਗਰੁੱਪ ਹੈ ਤੇ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਚੋਣਾਂ ਕਿਉਂ ਨਹੀਂ ਲੜਦੇ, ਅਲੱਗ-ਅਲੱਗ ਕਿਉਂ ਲੜਦੇ ਹੋ। ਉਹ ਕਹਿੰਦੇ ਜੀ ਨਹੀਂ ਜੀ ਇਸ ਤਰ੍ਹਾਂ ਉਸ ਤਰ੍ਹਾਂ। ਉਹਨਾਂ ਨੇ ਕੋਈ ਜਵਾਬ ਬਹੁਤਾ ਚੱਜ ਨਾਲ ਦਿੱਤਾ ਨਾ। ਪਰ ਹੁਣ ਲੱਗਦਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਤਾਉਣ ਦੇ ਲਈ ਮਨਜੀਤ ਸਿੰਘ ਜੀ ਕੇ, ਬਲਦੇਵ ਸਿੰਘ ਵਡਾਲਾ ਇਹਨਾਂ ਸਾਰਿਆਂ ਦਾ ਹੱਥ ਹੈ ਬਕਾਇਦਾ। ਜਿਸ ਹਿਸਾਬ ਨਾਲ ਵੋਟਾਂ ਪਈਆਂ ਨੇ ਪਰਸੈਂਟੇਜ ਮੈਂ ਜਿਹੜੀ ਦੇਖ ਰਿਹਾ ਸੀ, ਪਿਛਲੇ ਵਾਰੀ 45% ਪਈਆਂ ਨੇ, ਐਤਕੀ 37% ਵੋਟਾਂ ਪਈਆਂ ਨੇ। 45% ਵੋਟਾਂ ਪੈ ਕੇ 37 ਸੀਟਾਂ ਮਨਜੀਤ ਸਿੰਘ ਜੀ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ ਲੈ ਕੇ ਗਿਆ, ਜਦੋਂ ਕਿ ਦੋਸ਼ ਲੱਗੇ ਸੀ ਕਿ ਉਹਨਾਂ ਨੇ ਫੋਟੋ ਉਹਨਾਂ ਨੇ ਵੀ ਸੀ ਲਾਈ ਬਾਦਲਾਂ ਦੀ, ਦੋਸ਼ ਲੱਗੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਸੌਦਾ ਸਾਧ ਨੂੰ ਮਾਫ ਕੀਤਾ ਹੈ, ਹੋਰ ਪਤਾ ਨਹੀਂ ਕਿਹੜੇ ਕਿਹੜੇ ਦੋਸ਼ ਸਨ। ਪਰ ਫਿਰ ਵੀ ਦਿੱਲੀ ਦੇ ਸਿੱਖ ਨੇ ਜਿਹੜੇ ਉਹ ਕਹਿੰਦੇ ਨੋ, ਸਾਨੂੰ ਉਹਨਾਂ ਨਾਲ ਕੋਈ ਪਰਵਾਹ ਨਹੀਂ, ਸਾਨੂੰ ਤਾਂ ਇਹ ਹੈ ਕਿ ਇੱਥੇ ਬੰਦਾ ਉਹ ਆਉਣਾ ਚਾਹੀਦਾ ਜਿਹੜਾ ਗੋਲਕ ਸਾਡੀ ਪੈਸਾ ਜਿਹੜਾ ਸਾਡਾ ਇਕੱਠਾ ਕੀਤਾ ਉਹਨੂੰ ਚੰਗੇ ਪਾਸੇ ਲਾਵੇ। ਉਹਨਾਂ ਚੰਗੇ ਪਾਸੇ ਲਾਇਆ, ਸਾਰੀ ਦੁਨੀਆ ਨੂੰ ਪਤਾ ਕਿਹੜੇ ਪਾਸੇ ਲਾਇਆ। ਪਰ ਕੀ ਇਹ ਲੋਕ ਅੱਜ ਜਿਹੜੇ ਬੈਠੇ ਨੇ, ਮਨਜਿੰਦਰ ਸਿੰਘ ਸਰਸਾ ਨੂੰ ਤਾਂ ਸਿਰਫ ਪੰਜਾਬੀ ਬਾਗ ਵਾਲਿਆਂ ਨੇ ਹਰਾਇਆ, ਸਾਰੇ ਦਿੱਲੀ ਨੇ ਨਹੀਂ ਹਰਾਇਆ, ਸਿਰਫ ਤੇ ਸਿਰਫ ਪੰਜਾਬੀ ਬਾਗ ਨੇ ਮਨਜਿੰਦਰ ਸਿੰਘ ਸਰਸਾ ਨੂੰ ਹਰਾਇਆ। ਕੀ ਬਾਕੀਆਂ ਨੂੰ ਜਿਤਾਉਣ ਦੇ ਵਿੱਚ ਆ ਜਿਹੜੇ ਦੂਜੇ ਧੜੇ ਖੜੇ ਸੀ ਉਹਨਾਂ ਦਾ ਵੱਡਾ ਹੱਥ ਨਹੀਂ?
ਜਿੱਥੋਂ ਤੱਕ ਤੁਸੀਂ ਬਲਦੇਵ ਸਿੰਘ ਬਡਾਲਾ ਦੀ ਗੱਲ ਕੀਤੀ ਹੀ ਤੇ ਮੈਨ ਆਫ ਦਾ ਬਾਦਲ ਅਕਾਲੀ ਦਲ। ਓਕੇ, ਉਹਨੂੰ ਬੜਾ ਜ਼ੋਰ ਲਾਇਆ ਗਿਆ, ਭਾਈ ਤੂੰ ਜਿਹੜੀਆਂ 2-4 ਸੀਟਾਂ ਲੈਣੀਆਂ ਲੈਣਾ, ਕਹਿੰਦਾ ਨਾ ਜੀ ਨਾ, ਮੈਂ ਤੇ ਕਮੇਟੀ ਬੋਣੀ, ਤੁਸੀਂ ਕਿੱਥੇ ਤੇਰੇ ਫਿਰਦੇ? ਕਿਰਪਾਨ ਵੀ ਨਵੀਂ ਲਿਆਂਦੀ ਸੀ ਉਹਦੇ ਤੇ ਚਿੱਟੇ ਲਫ਼ਜ਼ਾਂ ਦੇ ਵਿੱਚ ਹੈਗਾ ਵੀ ਉਹਨੂੰ ਉਹ ਸਿਰਫ ਬਾਦਲ ਅਕਾਲੀ ਦਲ ਦੀ ਬੀ ਟੀਮ ਜੋ ਕੰਮ ਕਰਦਾ, ਕਿਉਂਕਿ ਐਸਜੀਪੀਸੀ ਦੇ ਵਿੱਚ ਅੱਜ ਉਹਦੇ ਭਰਾ ਉਹਦੇ ਰਿਸ਼ਤੇਦਾਰ ਕੰਮ ਕਰ ਰਹੇ, ਉਹਦੇ ਵੱਲੋਂ ਵਿਰੋਧ ਕਰਦੇ ਬਾਵਜੂਦ ਉੱਥੇ ਲੱਗੇ ਨੇ, ਚੰਗੀਆਂ ਸੀਟਾਂ ਤੇ ਲੱਗੇ। ਉਹਦਾ ਕਾਰਨ ਹੈ ਵੀ ਉੱਥੇ ਆ ਵੀ ਤੂੰ ਆਪਣਾ ਕੰਮ ਜਾਰੀ ਰੱਖ, ਤੈਨੂੰ ਅਸੀਂ ਸੈਟਲ ਦਿਆਂਗੇ, ਕੋਈ ਗੱਲ। ਦੂਸਰੀ ਜੀ ਮਨਜੀਤ ਸਿੰਘ ਜੀਕੇ ਨੂੰ ਹਉਮੈ ਸੀ ਵੀ ਮੇਰੇ ਪਿਓ ਦਾ ਬੜਾ ਵਕਾਰ ਤੇ ਮੈਨੂੰ ਲੋਕਾਂ ਨੇ ਵੋਟਾਂ ਪਾ ਦੇਣੀ ਹੈ। ਇਹਨੂੰ ਕਿਹਾ ਗਿਆ ਸੀ ਵੀ ਤੂੰ ਏਦਾਂ ਕਰ ਵੀ 10-12 ਸੀਟਾਂ ਲੈ ਲਾ, ਬਾਕੀ ਸਰਨਿਆਂ ਨੂੰ ਛੱਡ ਦੇ, ਕਿ ਸਰਨਿਆਂ ਦਾ ਪੁਰਾਣਾ ਹੋਲਡ ਆ, ਉਹ 8 ਸਾਲ 10 ਸਾਲ ਤਾਂ ਪ੍ਰਧਾਨ ਰਹੇ ਆ। ਕਹਿੰਦਾ ਨਾ ਜੀ ਅੱਧੀਆਂ ਨਹੀਂ ਗੱਲ ਕੋਈ ਨਹੀਂ ਗੱਲ ਬਣਨੀ। ਹੁਣ ਸਰਨਿਆਂ ਦੀ ਮਜਬੂਰੀ ਬਣ ਗਈ ਭਾਈ ਰਣਜੀਤ ਸਿੰਘ ਨਾਲ ਜਿਹੜੀ ਸੀ ਸੌਦੇਬਾਜ਼ੀ ਕਰਨ ਦੀ, ਉਹਦਾ ਕਰਨ ਦੀ। ਲੇਕਿਨ ਭਾਈ ਰਣਜੀਤ ਸਿੰਘ 'ਚ ਇੱਕ ਬੜੀ ਵੱਡੀ ਘਾਟ, ਇੱਕ ਤੇ ਉਹ ਹਉਮੈ ਦੇ ਘੋੜੇ ਦੇ ਥੱਲੇ ਉਤਰਦਾ, ਤੇ ਦੂਸਰੀ ਚੀਜ਼ ਤੁਸੀਂ ਜਿਹੜੀ ਗੱਲ ਆਪਣੇ ਪ੍ਰਚਾਰ ਦੀ ਕਰੋ, ਬਾਦਲਾਂ ਤਵਾ ਜ਼ਰੂਰ ਲਾਓ, ਲੇਕਿਨ ਹਰ ਗੱਲ ਤੇ ਬਾਦਲਾਂ ਤਵਾ ਨਾਲ ਲੋਕੀ ਪਸੰਦ ਨਹੀਂ ਕਰਦੇ ਇਸ ਗੱਲ। ਬਿਲਕੁਲ ਬਿਲਕੁਲ, ਹਾਂਜੀ। ਇਸ ਕਰਕੇ ਮਨਜੀਤ ਸਿੰਘ ਧੜੇ ਦੀਆਂ ਇੱਕ ਗੱਲ ਸੀ ਪੰਥਕ ਸੇਵਾ ਦਲ, ਹਾਂਜੀ, ਪੰਥਕ ਸੇਵਾ ਦਲ ਦੀ ਭਾਵੇਂ ਮੇਅਰ ਜੀ ਉਹਦੀ ਉੱਡ ਗਿਆ, ਬੜੀ ਬੁਰੀ ਤਰ੍ਹਾਂ ਉੱਡ ਗਿਆ ਉਹ, ਕਿਉਂਕਿ ਉਹਨੂੰ ਵੋਟ 'ਚ 2-3% ਪਈ, ਸਾਰੀ ਵੱਧ ਨਹੀਂ ਪਈ ਉਹਨੂੰ। ਅੱਛਾ, ਪੰਥਕ ਸੇਵਾ ਦਲ ਦੇ ਕੌਣ ਇੱਕ ਮਕਾਤੀ ਪੰਥਕ ਸੇਵਾ ਦਲ ਦੇ ਕਰਤਾਰ ਸਿੰਘ ਕੋਛੜ ਸੀਗੇ, ਤੇ ਇਹ ਪਹਿਲਾਂ ਇਹਨਾਂ ਨੂੰ ਹੁੰਦਾ ਸੀ ਅਵਤਾਰ ਸਿੰਘ ਜਿਹੜਾ ਉਹ ਸਾਬਕਾ MLA ਹੁੰਦਾ ਸੀਗਾ, ਉਹ ਸੀਗਾ ਪ੍ਰਧਾਨ, ਤੇ ਉਹ ਕੋਛੜ ਜਿਹੜਾ ਸੀ ਉਹ ਜਨਰਲ ਸੈਕਟਰੀ ਸੀਗਾ। ਫਿਰ ਉਹ ਮਨਜੀਤ ਸਿੰਘ ਜੀਕੇ ਵੱਲ ਆ ਗਿਆ। ਓਕੇ ਜੀ। ਹੁਣ ਮਨਜੀਤ ਸਿੰਘ ਜੀਕੇ ਨੂੰ ਇਹ ਵੀ ਮੇਰੇ ਫਾਦਰ ਦੀ ਬੜੀ ਕੁਰਬਾਨੀ ਹੈ, ਮੈਂ ਕੰਮ ਕੀਤੇ ਲੋਕਾਂ ਨੇ, ਲੇਕਿਨ ਲੋਕ ਨਹੀਂ ਜਾਣਦੇ ਕਿ ਲੋਕ ਆਪਣੇ ਕੰਮਾਂ ਨਾਲ ਬੱਝੇ। ਅੱਜ ਵੀ ਜਿਹੜੇ ਸਾਡੇ ਦਲੀਪ ਸਿੱਖ ਬੈਠੇ ਉਹਨਾਂ ਦੀ ਪੰਜਾਬ 'ਚ ਰਿਸ਼ਤੇਦਾਰੀਆਂ ਨੇ, ਤੇ ਬਾਦਲਾਂ ਨੇ ਉਹਨਾਂ ਰਿਸ਼ਤੇਦਾਰਾਂ ਤੱਕ ਪਹੁੰਚ ਕਰਕੇ ਉਹਨਾਂ ਤੱਕ ਪਹੁੰਚ ਕੀਤੀ ਹੈ। ਭਾਈ ਜੋ ਲੈਣਾ ਜੇ ਲੈ ਲਓ, ਜੋ ਕਰਨਾ ਜੇ ਕਰ ਲਓ, ਤੁਹਾਨੂੰ ਪੰਜਾਬ 'ਚ ਖਿਆਲ ਰੱਖਾਂਗੇ, ਤੁਸੀਂ ਰਿਸ਼ਤੇਦਾਰ ਨੂੰ ਵੋਟਾਂ ਪਾ ਦਿਓ। ਇਹ ਨਹੀਂ ਗੱਲ। ਜਦੋਂ ਆਪਾਂ ਗੱਲ ਕਰਦੇ ਸੀ ਸਰਨਿਆਂ ਦੀ ਆਪਣੇ ਟੀਵੀ ਤੇ ਕਰਦੇ ਸੀ, ਲੋਕਾਂ ਨੇ ਸਾਡੇ ਜਿਹੜੇ ਸਰੋਤੇ ਸੀ, ਸਾਡੇ ਦਰਸ਼ਕ ਸੀ, ਉਹਨਾਂ ਨੇ ਉਦੋਂ ਉੱਥੇ ਜਾ ਕੇ ਕਿਹਾ ਜਾ ਕੇ ਭਾਈ ਵੇਖੋ ਅਸੀਂ ਸੰਗਤ ਖਿਆਲ ਰੱਖੋ, ਜਿਹੜੇ ਬੰਦੇ ਤੇ ਤੁਸੀਂ 8 ਸਾਲਾਂ ਦੇ ਵਿੱਚ ਇੱਕ ਦੋਸ਼ ਇੱਕ ਪੈਸੇ ਦਾ ਸਾਬਤ ਨਹੀਂ ਕਰ ਸਕੇ ਜੀ। ਬਾਦਲ ਦਲ ਵਿੱਚ ਆਏ ਤੇ ਮਨਜੀਤ ਸਿੰਘ ਜੀਕੇ ਹੋ ਰਿਹਾ, ਉਹਦੀਆਂ ਮਹਿੰਗੀਆਂ ਗੱਡੀਆਂ ਲੈ ਲਈਆਂ, ਜਿਪਸੀਆਂ ਲੈ ਲਈਆਂ, ਗਾਰਡ ਲੈ ਲਏ, ਬੜਾ ਕੁਛ ਲੈ ਲਿਆ। ਪਰਮਜੀਤ ਸਿੰਘ ਸਰਨੇ ਤੇ ਸਾਬਤ ਕਰਦੇ ਕਿ ਅੱਜ ਤੱਕ ਉਹਨੇ 1 ਪੈਸੇ ਦਾ ਵੀ ਆਪਣੀ ਨਿੱਜੀ ਵਾਸਤੇ ਜਾਂ ਆਪਣੇ ਵਾਸਤੇ ਖਰਚ ਕੀਤਾ ਹੋਵੇ। ਜੇ ਉਹਨੇ ਗੱਡੀ ਲੈਣੀ ਆ ਤੇ ਗੱਡੀ ਉਹਦੀ ਆਪਣੀ, ਜੇ ਉਹ ਤੇ ਪੈਟਰੋਲ ਪਾਉਣਾ ਤੇ ਉਹਦਾ ਆਪਣਾ, ਜੇ ਕਿਤੇ ਹਵਾਈ ਜਹਾਜ਼ 'ਚ ਜਾਣਾ ਵਾ ਟਿਕਟਾਂ ਲੈ ਕੇ ਤੇ ਉਹ ਆਪਣੀ ਜੇਬ 'ਚ ਖਰਚ ਕਰਨਾ, ਗੁਰੂ ਜੀ ਕੋਲ ਨਹੀਂ ਕਰਨਾ ਜੀ। ਉਹਦੀ ਰੀਸ ਕਰਕੇ ਵਿਖਾ ਦਿਓ, ਲੇਕਿਨ ਸਿੱਖਾਂ ਦੀ ਮਰਜ਼ੀ ਉੱਥੋਂ ਦੀ ਉਹਨੇ ਕੀ ਕੀਤਾ। ਮੈਂ ਜੋ ਮਹਿਸੂਸ ਕਰਦਾ ਵਾਂ, ਮਨਜੀਤ ਸਿੰਘ ਜੀਕੇ ਨੇ ਮੇਰੀ ਗੱਲ ਉਦਰੀ ਦੀ ਸੀ, ਮੈਨੂੰ ਕਹਿੰਦਾ ਸੀ ਪੱਟੀ ਸਾਹਿਬ ਮੈਂ ਬਾਦਲ ਦਰਿਆ ਨੂੰ ਸ਼ੰਭੂਵਾਰੀ ਉੱਤੇ ਪਾਉਣਾ, ਸ਼ੰਭੂਵਾਰੀ ਪੈਟਰੋਲ ਤੇ ਪਾਉਣਾ, ਤੇ ਉਹਨੂੰ ਤੇ ਪਤਾ ਤੂੰ ਆਪ ਟੱਪ ਗਿਆ ਜੀ। ਕਿੰਨਾ ਚੰਗਾ ਹੁੰਦਾ ਵੀ ਜੇ ਕਹਿੰਦਾ ਸਰਨਾ ਸਾਹਿਬ ਕਹਿੰਦਾ ਵੀ 2 ਦਿਨਾਂ ਦੇ ਦਿਓ, ਤੁਸੀਂ ਮੈਨੂੰ 5 ਦੇਣੀਆਂ 10 ਦਸ਼ਕਾਂ ਦੇਣੀਆਂ, ਪਰ ਰਲ ਕੇ ਲੜ ਲਈਏ, ਇਹਨਾਂ ਨੂੰ ਸ਼ੰਭੂਵਾਰੀ ਟਪਾਉਣਾ ਆਪਾਂ। ਇਸ ਕਰਕੇ ਇਹਨਾਂ ਦੀ ਵੋਟ ਵੰਡੀ ਜਾਣ ਦੇ ਨਾਲ ਜੇ ਕਿਤੇ ਇਹ ਦੋਵੇਂ ਇਕੱਠੇ ਹੋ ਜਾਂਦੇ ਫਿਰ ਬਾਦਲਾਂ ਨੂੰ 7 ਸੀਟਾਂ ਮਿਲਦੀਆਂ, ਬਹੁਤ ਨਹੀਂ ਮਿਲਦੀਆਂ। ਓਕੇ, ਅੱਛਾ ਹੁਣ ਪੱਟੀ ਸਾਹਿਬ ਮੈਂ ਇੱਕ ਲਾਸਟ ਬ੍ਰੇਕ ਲੈ ਲਾਂ, ਥੋੜਾ ਜਿਹਾ ਦੱਸਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੋੜ ਜੋੜ ਹੋ ਸਕਦੀ ਹੈ, ਕਿਉਂਕਿ ਜਿਹੜੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇ ਉਹ ਆਪਣੇ ਕਬਜ਼ੇ 'ਚ ਪੂਰੀ ਤਰ੍ਹਾਂ ਲੈ ਕੇ ਬੈਠੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਇਸ ਵੇਲੇ ਮੀਟਿੰਗ ਚੱਲ ਰਹੀ ਹੈ, ਉਹ ਵੀ ਸਾਰੇ ਲਗਾਤਾਰ ਮੀਟਿੰਗ ਦੇ ਵਿੱਚ ਨੇ। ਸਰਦਾਰ ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਬਾਹਰ ਨੇ, ਬੜਾ ਕੁਝ ਚੱਲ ਰਿਹਾ। ਇਹ ਅੰਦਰ ਖਾਤੇ ਕੋਈ ਨਵਾਂ ਇਤਿਹਾਸ ਸਿਰਜਿਆ ਜਾ ਸਕਦਾ ਜਿਸ ਹਿਸਾਬ ਨਾਲ ਦਿੱਲੀ ਦੇ ਸਿੱਖਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇੱਕ ਮੈਂ ਲਾਸਟ ਬ੍ਰੇਕ ਲੈ ਲਾਂ, ਉਸ ਤੋਂ ਬਾਅਦ
10 ਮਿੰਟ ਮੈਨੂੰ ਤੁਹਾਡੇ ਚਾਹੀਦੇ ਨੇ। ਮੈਨੂੰ ਪਤਾ ਕਿ ਐਤਵਾਰ ਨੂੰ ਤੁਹਾਡੀ ਛੁੱਟੀ ਹੁੰਦੀ ਹੈ, ਪਰ ਕਦੇ ਕਦੇ ਦਿਲ ਕਰਦਾ ਕਿ ਛੁੱਟੀ ਵਾਲੇ ਦਿਨ ਵੀ ਤੁਹਾਨੂੰ ਪਰੇਸ਼ਾਨ ਕਰਨ ਨੂੰ ਦਿਲ ਕਰਦਾ। ਤੇ ਨਾਲ ਦੀ ਨਾਲ 18424711550 ਭੱਟੀ ਸਾਹਿਬ ਥੋੜਾ ਚਿਰ ਮੇਰੇ ਨਾਲ ਨੇ, ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜੀ। ਵਾਪਸ ਆਏ ਬ੍ਰੇਕ ਤੋਂ ਬਾਅਦ ਕਿ ਸਰਦਾਰ ਜਸਵੀਰ ਸਿੰਘ ਭੱਟੀ ਬੜੇ ਸੀਨੀਅਰ ਪੱਤਰਕਾਰ ਨੇ, ਥੋੜਾ ਚਿਰ ਮੇਰੇ ਨਾਲ ਰਹਿਣਗੇ। ਤੁਹਾਡਾ ਕੋਈ ਵੀ ਸਵਾਲ ਹੈ, ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ, 1844424711550 ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਕਿਉਂਕਿ ਠੀਕ 9:15 ਵਜੇ ਤੋਂ ਬਾਅਦ ਮੇਰੇ ਕੋਲ ਦੂਸਰੇ ਮਹਿਮਾਨ ਲਾਈਨ ਕੀਤੇ ਹੁਣ ਉਹਨਾਂ ਨੇ ਆਉਣਾ ਹੈ। ਭੱਟੀ ਸਾਹਿਬ ਤੁਹਾਨੂੰ ਕੀ ਲੱਗ ਰਿਹਾ ਹੈ, ਕਿਉਂਕਿ ਜਿਹੜੀ ਪਰਸੈਂਟੇਜ ਮੈਂ ਦੇਖ ਰਿਹਾ, ਜਿਸ ਹਿਸਾਬ ਨਾਲ ਪਰਸੈਂਟੇਜ ਪਈ ਹੈ, ਮੈਂ ਸਦਾ ਮਨਜੀਤ ਸਿੰਘ ਜੀਕੇ ਨਾਲ ਵੀ ਗੱਲ ਕਰ ਰਿਹਾ ਸੀ, ਉਹ ਕਹਿ ਰਹੇ ਸੀ ਕਿ ਤਕਰੀਬਨ ਇਧਰੋਂ ਬਲਦੇਵ ਸਿੰਘ ਵਡਾਲਾ ਕਹਿੰਦਾ ਜੀ 10% ਵੋਟਾਂ ਮੈਨੂੰ ਪੈ ਗਈਆਂ ਨੇ, ਮਨਜੀਤ ਸਿੰਘ ਹੁਣੀ ਕਹਿ ਰਹੇ ਸੀ 13% ਮੈਨੂੰ ਪੈ ਗਈਆਂ ਨੇ, 23 ਹੋ ਗਿਆ। 23% ਤੋਂ ਉੱਤੇ ਵੋਟਾਂ ਨੇ ਜਿਹੜੀਆਂ ਸ਼ਾਇਦ ਅੰਦਾਜ਼ਨ ਉਹ ਪਰਮਜੀਤ ਸਿੰਘ ਸਰਨਾ ਨੂੰ ਪਈਆਂ ਨੇ। ਸੋ ਇਸ ਵੱਧ ਤੋਂ ਵੱਧ ਜਿਹੜੀਆਂ ਮਨਜਿੰਦਰ ਸਿੰਘ ਸਰਸਾ ਦੀ ਪਾਰਟੀ ਨੇ ਉਹ 30% ਤੋਂ ਥੱਲੇ ਵੋਟਾਂ ਪਈਆਂ ਨੇ। ਇਹ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜੇ ਇਹ ਕਿਤੇ ਇਕੱਠੇ ਹੋ ਜਾਂਦੇ ਤੇ ਫਿਰ ਫੱਟੀ ਪੋਚੀ ਜਾਣੀ ਸੀ ਆਪਣਾ ਦੂਸਰੇ ਧੜੇ ਦੀ ਜਿਹੜਾ ਇਸ ਵੇਲੇ ਮੌਜੂਦਾ ਕਾਬਜ ਹੈ? ਡੈਫੀਨੇਟਲੀ ਜੀ, ਤੁਸੀਂ 23% ਦਾ ਕਰਕੇ ਦੱਸਦੀ ਹੈ ਜੀ। ਸਮੇਂ ਨੂੰ ਕਿੰਨੀ ਪਈ, ਮੈਨੂੰ ਤਾਂ 37 ਕਿੰਨੀ ਪਈ, ਕਿੰਨੀ ਪਈ ਉਹਨੂੰ, ਕਿਉਂਕਿ ਪਿਛਲੀ ਵਾਰੀ ਜਿਹੜੀ ਸੀ ਉਹ 45% ਵੋਟ ਮਿਲੀ ਸੀ ਬਾਦਲ ਨੂੰ, ਕਿ 40 ਮਿਲੀ ਉਹਨੂੰ। ਓਕੇ, ਉਹਦੀ 5% ਘਟੀ ਆ, ਤੇ ਜਿਹੜੀਆਂ ਵਿਰੋਧੀ ਪਾਰਟੀ ਨੂੰ ਸਾਰਿਆਂ ਨੂੰ 44% ਮਿਲੀ ਹੈ। ਓਕੇ, ਇਸ ਕਰਕੇ ਸਮੇਂ ਦੀ 21% ਹੋ ਗਈ, 23% ਹੋ ਗਈ, ਤੇ 44% ਫਿਰ ਤਾਂ ਪੂਰਾ ਫੱਟਾ ਪੁੱਜ ਜਾਣਾ ਉਹਨਾਂ ਦਾ, ਇੱਕ ਮਾਈ ਤੇ ਇਕੱਠੇ ਹੋ ਜਾਂਦੇ ਨੇ। ਨਹੀਂ ਪਰ ਹੁੰਦਾ ਨਹੀਂ ਨਾ, ਬਦਕਿਸਮਤੀ ਸਾਨੂੰ ਇਹੀ ਆ, ਬਦਕਿਸਮਤੀ ਇਹੀ ਆ ਵੀ ਜਿਹੜਾ ਬਲਦੇਵ ਸਿੰਘ ਵਡਾਲਾ ਉਹਨੇ ਕਦੀ ਵੀ ਐਸਜੀਪੀਸੀ ਚੋਣਾਂ ਬਿਲਕੁਲ ਸਮਝੌਤਾ ਨਹੀਂ ਕਰੀ। ਮੈਂ ਤੁਹਾਨੂੰ ਲਿਖ ਕੇ ਦੱਸਿਆ ਕਿ ਸਮਝੌਤਾ ਨਹੀਂ ਕਰੀ। ਓਕੇ, ਹਾਲੀ ਕਿ ਇਹ ਸੰਕੇਤ ਮਿਲਦੇ ਸੀਗੇ ਵੀ ਦੇਖੋ ਕੁਝ ਸੀਟਾਂ ਇਹੋ ਜਿਹੀਆਂ ਹੈਗੀਆਂ ਜਿੱਥੇ ਲੜਾਈ ਜਾ ਰਹੀ ਸੀ ਮਨਜੀਤ ਦੀ ਤੇ ਜੀਕੇ ਸੱਤੇ ਦੀ ਜੀ। ਉਹ ਕਹਿੰਦਾ ਸੀ ਮੈਂ ਉਹਨੂੰ ਨਹੀਂ ਜਿੱਤਣ ਦਾ, ਉਹਨੂੰ ਜਿੱਤਣ ਦੇਣਾ। ਇਹਨਾਂ ਨੇ ਦੋਵਾਂ ਦੇ ਆਪਸੇ ਭਿੜਨ ਦੇ ਨਾਲ ਜਿਹੜਾ ਸੀ ਕੁਛ ਇੱਕ ਦੋ ਸੀਟਾਂ ਦੇ ਉੱਤੇ ਜਿਹੜੇ ਇਹਨਾਂ ਨੇ ਆਪਣੇ ਬੰਦੇ ਜਿਹੜੇ ਉਹ ਜਿਤਾਏ ਨੇ ਸਰਨੇ ਨੇ। ਇਹ ਨਹੀਂ ਗੱਲ ਨਹੀਂ ਜਿਤਾਏ, ਉਹਨਾਂ ਵੋਟਾਂ ਪਾਈਆਂ ਵੀ ਸਰਨੇ ਨੂੰ ਪਾ ਦੇ, ਮਨਜੀਤ ਦਾ ਬੰਦਾ ਨਹੀਂ ਜਿੱਤੇ। ਲੇਕਿਨ 10% ਬਰਬਾਦ ਗਈ ਇਹਨਾਂ ਦੀ। ਜੇ ਕਿਤੇ ਇਕੱਠੇ ਹੋ ਜਾਂਦੇ, ਇਹ ਬੜੀ ਕੋਸ਼ਿਸ਼ ਕੀਤੀ ਸੀ ਮਨਜੀਤ ਸਿੰਘ ਜੀ ਕੇ, ਲੇਕਿਨ ਉਹਨੂੰ ਬੜਾ ਹੰਕਾਰ ਸੀ ਕਿ ਮੇਰੇ ਤੋਂ ਵੱਡਾ ਸਿਆਣਾ ਕੌਣ, ਮੇਰੇ ਤੋਂ ਵੱਡਾ ਪ੍ਰਚਾਰਕ ਕੌਣ ਹੈ, ਮੇਰੇ ਫਾਦਰ ਦਾ ਪ੍ਰਚਾਰ ਆ। ਇਹ ਕੋਸ਼ਿਸ਼ ਕੀਤੀ ਸੀ। ਕਰਨਿਆਂ ਨੇ ਕਿਹਾ ਤੂੰ 15 ਸੀਟਾਂ ਲੈ ਲਾ ਯਾਰ, ਕੋਈ ਗੱਲ ਨਹੀਂ ਦੇ ਦਿੰਦੇ ਅਸੀਂ ਤੈਨੂੰ। 15 ਤੋਂ 18 ਵਜੇ ਨੂੰ ਤਿਆਰ ਸੀ, ਲੇਕਿਨ ਉਹ ਕਹਿੰਦਾ ਅੱਧੀਆਂ ਕਰ ਲਓ ਜੇ ਦੇਣੀਆਂ ਨੇ ਨਾ ਸਹੀ। ਤੁਹਾਨੂੰ ਦੱਸਦੀ ਭਾਈ ਰਣਜੀਤ ਸਿੰਘ ਦੀ ਕਮਜ਼ੋਰੀ ਕੀ ਹੈ, ਜਿਹਦੀ ਕਰਕੇ ਉਹਨਾਂ ਨੂੰ ਇਸ ਵੇਲੇ ਸੈੱਟ ਤੇ ਐਸਜੀਪੀਸੀ ਵੀ ਪੈਣਾ ਵਾ। ਪਹਿਲਾਂ ਬਾਦਲਾਂ ਦੀ ਲੋਚਨਾ ਕਰਕੇ ਤੁਹਾਨੂੰ ਵੋਟਾਂ ਨਹੀਂ ਮਿਲ ਸਕਦੀਆਂ। ਆਪਣਾ ਏਜੰਡਾ ਵੀ ਦੱਸਣਾ ਪਊ, ਅਸੀਂ ਕੀ ਕਰਨਾ ਵਾ, ਅਸੀਂ ਕੀ ਕੀਤਾ ਪਿੱਛੇ ਜਾ ਕੀ ਕਰਨਾ। ਇਸ ਕਰਕੇ ਉਮੀਦ ਆ ਅਗਲੇ ਸਾਲ ਐਸਜੀਪੀਸੀ ਚੋਣਾਂ ਆ ਸਕਦੀਆਂ ਵਾ। ਲੇਕਿਨ ਜਿਹੜੀ ਗੱਲ ਆਪਾਂ ਗੱਲ ਕੀਤੀ ਆ ਇਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਸਮੀਕਰਨ ਹੈ ਦਿੱਲੀ ਕਮੇਟੀ ਦੇ, ਉਹ ਕਿਸੇ ਤਰੀਕੇ ਨਾਲ ਬਦਲ ਸਕਦੇ, ਕੁਛ ਨਹੀਂ ਕਿਹਾ ਜਾ ਸਕਦਾ ਜੋ ਚੱਲਣ ਡਿਆ ਭਾਵੇਂ। ਹਾਂਜੀ ਭੱਟੀ ਸਾਹਿਬ ਜੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਉਹਨਾਂ ਕੋਲ ਪਾਵਰ ਹੈ, ਉਹਨਾਂ ਕੋਲ ਪੈਸੇ ਨੇ, ਉਹਨਾਂ ਕੋਲ ਦੋਨੇ ਸੰਸਥਾਵਾਂ ਉਹਨਾਂ ਦੇ ਕਬਜ਼ੇ 'ਚ ਨੇ। ਜਿਸ ਤਰੀਕੇ ਨਾਲ ਕਰਨਾ ਵੀ ਚਾਹਣ ਤੇ ਬਹੁਤ ਔਖਾ ਉਹਨਾਂ ਨੂੰ ਹਿਲਾਉਣਾ। ਆਪਾਂ ਇੰਝ ਕਰਦੇ ਹਾਂ, ਕਾਲ ਲੈਨੇ ਆ 18442471550। ਸਰਦਾਰ ਜੋਗਾ ਸਿੰਘ ਜੀ ਤੁਸੀਂ ਇਹ ਤੇ ਤੁਹਾਡਾ ਬਹੁਤ ਹੈ ਜੀ। ਕੁਲਦੀਪ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਮਹਿਮਾਨ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਖੋ ਪਹਿਲੀ ਗੱਲ ਤਾਂ ਦਿੱਲੀ ਦੇ ਸਿੱਖ ਵਧਾਈ ਦੇ ਪਾਤਰ ਆ ਜੀ, ਔਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ, ਉੱਥੇ ਦੇ ਸਮੁੱਚੇ ਲੋਕ, ਲੀਡਰਸ਼ਿਪ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਵੱਡੀ ਜਿੱਤ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਦੇ ਵਿੱਚ, ਕਿਉਂਕਿ ਪ੍ਰਚਾਰ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਰਖਲਾਫ
ਉਹ ਬਹੁਤ ਨੀਵੇਂ ਪੱਧਰ ਤੇ ਜਾ ਕੇ ਕੀਤਾ ਗਿਆ ਸੀ। ਜਿਵੇਂ ਤੁਸੀਂ ਬੇਅਦਬੀਆਂ ਦੀ ਗੱਲ ਕੀਤੀ ਹੈ, ਸਿੱਖ ਸੰਗਤਾਂ ਨੂੰ ਪਤਾ ਆ ਵੀ ਬੇਅਦਬੀਆਂ ਵਿੱਚ ਬਾਦਲਾਂ ਦਾ ਕੋਈ ਹੱਥ ਨਹੀਂ ਹੈ, ਇਸੇ ਕਰਕੇ ਉਹਨਾਂ ਨੇ ਫਤਵਾ ਦਿੱਤਾ। ਤੁਸੀਂ ਜਿਹੜੀ ਦੂਸਰੀ ਗੱਲਬਾਤ ਕਰ ਰਹੇ ਹੋ ਨਾ ਵੀ ਜੇ ਉਹ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਹਰਾ ਦਿੰਦੇ, ਇਹ ਇਸ ਤਰ੍ਹਾਂ ਹੁੰਦਾ ਨਹੀਂ ਹੈ। ਇਹ ਸਿਰਫ ਸਾਡੀਆਂ ਕਿਆਸ ਰਾਈਆਂ ਆ, ਜਾਂ ਐਵੇਂ ਅਸੀਂ ਆਪਣੇ ਮਨ ਨੂੰ ਕੁਲਦੀਪ ਸਿੰਘ ਜੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਧਰਵਾਸਾ ਦੇਣ ਵਾਲੀ ਗੱਲ ਹੁੰਦੀ ਆ। ਜਿਹੜੀ ਵੋਟ ਹੁੰਦੀ ਆ, ਜਿਹੜੀ ਜੀਕੇ ਵੋਟ ਲੈ ਕੇ ਗਿਆ ਆ, ਜੇ ਮੈਂ ਏਦਾਂ ਕਹਾਂ ਵੀ ਉਹ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਸੀਗੀ ਸਾਰੀ, ਉਹ ਜੇ ਜੀਕੇ ਸਾਰਿਆਂ ਦੇ ਨਾਲ ਰਲ ਜਾਂਦਾ, ਉਹ ਜਿਹੜੀ ਸਾਰੀ ਵੋਟ ਜੀਕੇ ਲੈ ਕੇ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੈਣੀ ਸੀ ਤੇ ਸਾਡੀ ਹੋਰ ਵੱਡੀ ਜਿੱਤ ਹੋਣੀ ਸੀਗੀ। ਓਕੇ, ਜਦੋਂ ਜਿਹੜੇ ਧੜੇ ਹੁੰਦੀਆਂ, ਜਦੋਂ ਕੋਈ ਧੜਾ ਜਾਂ ਬਨਫੀ ਵਿੱਚੋਂ ਹੋ ਜਾਵੇ ਜਾਂ ਕਿਸੇ ਨਾਲ ਸਮਝੌਤਾ ਕਰ ਲਵੇ, ਉਹ ਜਿਹੜਾ ਵੋਟਰ ਆ ਥੱਲੇ, ਜਿਹੜਾ ਵੋਟਰ ਆ ਉਹ ਜ਼ਰੂਰੀ ਨਹੀਂ ਹੁੰਦਾ ਵੀ ਉਹਨੇ ਆਪੋਜੀਟ ਤੇ ਜਾਣਾ ਹੁੰਦਾ, ਵੀ ਉਹਨੇ ਬਾਦਲਾਂ ਦੇ ਬਰਖਲਾਫ ਜਾਣਾ ਹੁੰਦਾ। ਜਿਹੜੀ ਵੋਟ ਪੋਲ ਨਹੀਂ ਹੋ ਸਕੀ, ਉਸ ਨਾ ਪੋਲ ਹੋਈ ਵੋਟ ਦੇ ਵਿੱਚ ਵੀ ਬਹੁਤ ਸਾਰੀ ਵੋਟ ਹੈ ਜਿਹੜੀ ਉਹ ਜ਼ਿਆਦਾਤਰ ਜਿਹੜੀ ਇਸੇ ਹੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਸਾਡੀਆਂ ਸੀਟਾਂ ਹੋਰ ਵਧਣੀਆਂ ਸੀਗੀਆਂ। ਜਿੱਥੇ ਤੱਕ ਤੁਸੀਂ ਇਹਨਾਂ ਦੇ ਇਕੱਠੇ ਹੋਣ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬ ਦੇ ਵਿੱਚ ਦੇਖਿਆ KRPI Ferndale. The views expressed are not necessarily those of the staff, management, or ownership of this station. ਹਾਂਜੀ, ਪੰਜਾਬ ਦੇ ਵਿੱਚ ਆਪਾਂ ਦੇਖਿਆ ਆ ਬਈ ਸਿੱਖ ਕਿੰਨੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਉਹ ਬਣ ਚੁੱਕੇ ਆ, ਬਿਖਰ ਚੁੱਕੇ ਆ, ਖਤਮ ਹੋ ਚੁੱਕੇ ਆ ਜੀ। ਕਦੇ ਏਦਾਂ ਹੋਇਆ ਵੀ ਉਹ ਸਾਰੇ ਜਿਹੜੇ ਅਕਾਲੀ ਦਲ ਜਿਹੜੇ ਬਣੇ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਬਰਖਲਾਫ, ਕਦੇ ਉਹ ਇਕੱਠੇ ਹੋਏ ਅੱਜ ਤੱਕ? ਕਦੇ ਨਹੀਂ ਹੋਏ। ਉਹ 10 ਅਕਾਲੀ ਦਲ ਵੀ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਰਹੇ ਆ। ਹਾਂ, ਉਹਨਾਂ ਦਾ ਮਤਲਬ ਵੀ ਇਹ ਹੁੰਦਾ, ਇਹਨਾਂ ਦੇ ਅਕਾਲੀ ਦਲ ਵੱਖਰੇ ਬਣਾਉਣ ਦੇ ਮਤਲਬ ਵੀ ਇਹ ਹੁੰਦੇ ਆ ਵੀ ਕਦੋਂ ਸਾਨੂੰ ਉਧਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 1-2 ਸੀਟਾਂ ਦਾ ਸੱਦਾ ਆਵੇ ਤੇ ਅਸੀਂ ਵਾਪਸ ਚਲੇ ਜਾਈਏ। ਕਿਉਂਕਿ ਚੌਧਰ ਦੇ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਮਨਜੀਤ ਸਿੰਘ ਜੀਕੇ ਦੀਆਂ ਮੁੜ ਕੇ ਫਿਰ ਪੂਰੀਆਂ ਸੰਭਾਵਨਾਵਾਂ ਆ ਕਿ ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਵੇ। ਹਾਂ, ਇਹ ਪਤਾ ਨਹੀਂ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਆਪਾਂ ਕਰਦੇ ਹਾਂ ਕੁਲਦੀਪ ਸਿੰਘ ਜੀ, ਬਈ ਅਸੀਂ ਉੱਥੇ ਸਰਨਿਆਂ ਦੀ ਹਾਰ ਦਾ ਸੋਗ ਕਿਉਂ ਮਨਾ ਰਹੇ ਹਾਂ? ਨਹੀਂ ਸੋਗ ਵਾਲੀ ਗੱਲ ਇਸ ਤਰ੍ਹਾਂ ਜੋਗਾ ਸਿੰਘ ਜੀ, ਇੱਕ ਮਿੰਟ ਹੁਣ ਪਲੀਜ਼, ਸਰਨਿਆਂ ਦੀ ਸੋਗ ਦਾ ਗੱਲਬਾਤ ਨਹੀਂ ਕਰ ਰਹੇ ਆਪਾਂ, ਇਹ ਗੱਲ ਕਰ ਰਹੇ ਹਾਂ ਵੀ ਸਰਨੇ 7 ਤੋਂ 16 ਲੈ ਕਿਵੇਂ ਗਏ? ਕਿਉਂਕਿ ਦਿੱਲੀ ਦੇ ਸਿੱਖਾਂ ਨੂੰ ਪਤਾ ਸੀ, ਇੱਕ ਮਿੰਟ, ਦਿੱਲੀ ਦੇ ਸਿੱਖਾਂ ਨੂੰ ਇਹ ਪਤਾ ਸੀ ਕਿ ਮਨਜੀਤ ਸਿੰਘ ਜੀਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ, ਮਨਜਿੰਦਰ ਸਿੰਘ ਸਰਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ, ਦੋਨਾਂ ਦੇ ਉੱਤੇ 5 ਕੇਸ ਗੋਲਕ ਚੋਰੀ ਦੇ ਰਜਿਸਟਰਡ ਨੇ। ਪਰ ਦਿੱਲੀ ਦੀ ਸੰਗਤ ਨੇ ਗੋਲਕ ਚੋਰੀ ਦੇ ਦੋਸ਼ ਹੋਣ ਦੇ ਬਾਵਜੂਦ ਗੋਲਕ ਨੂੰ ਮੁੱਦਾ ਕਰਕੇ ਖਾਲੀ ਕਰ ਦਿੱਤਾ। ਇੱਕ ਦਵਾਨੀ ਗੋਲਕ ਦੇ ਵਿੱਚ ਨਹੀਂ, ਡੈਫੀਸਿਟ ਚ ਦਿੱਲੀ ਕਮੇਟੀ, ਪਰ ਫਿਰ ਵੀ ਦਿੱਲੀ ਦੇ ਸਿੱਖਾਂ ਨੇ ਚੁਣਿਆ ਕਿ ਸਾਨੂੰ ਗੋਲਕ ਚੋਰੀ ਚਾਹੀਦੇ ਹੈ। ਅਜੇ ਤੱਕ ਸਰਨਿਆਂ ਦੇ ਕੋਈ ਦੋਸ਼ ਨਹੀਂ ਲੱਗਾ। ਇਹ ਸੀ ਸਵਾਲ, ਸੋਗ ਨਹੀਂ। ਹਾਂਜੀ, ਹੁਣ ਤੁਸੀਂ ਦੱਸੋ ਤੁਹਾਡੀ ਪਾਰਟੀ ਬਾਰੇ। ਹਾਂਜੀ, ਜਦੋਂ ਅਸੀਂ ਕਹਿੰਦੇ ਆ ਵੀ ਉਹ ਗੋਲਕ ਚੋਰਿਆ, ਇਹ ਤੁਸੀਂ ਇੱਥੇ ਬੈਠੇ ਕਹਿੰਦੇ ਆ, ਦਿੱਲੀ ਦੇ ਸਿੱਖਾਂ ਨੇ ਨਹੀਂ ਇਹ ਫਤਵਾ ਦਿੱਤਾ। ਨਹੀਂ, ਬਿਲਕੁਲ SGPC ਦੇ ਵਿੱਚ ਦਿੱਲੀ ਉਹ ਨਹੀਂ ਸਮਝਦੇ ਵੀ ਉਹ ਗੋਲਕ ਚੋਰ, ਉਹ ਇਹੀ ਸਮਝਦੇ ਆ ਬਈ ਇਹ ਸਰਨੇ ਗੋਲਕ ਚੋਰਿਆ। ਇਹ ਜਿਹੜੇ ਪ੍ਰਚਾਰ ਕਰ ਰਹੇ ਆ ਬਈ ਬਾਦਲ ਅਕਾਲੀ ਦਲ ਗੋਲਕ ਚੋਰਿਆ, ਅਸਲ ਦੇ ਵਿੱਚ ਗੋਲਕ ਚੋਰ ਇਹ ਆ। ਇਹ ਸੰਗਤਾਂ ਦਾ ਫੈਸਲਾ, ਜਾਂ ਤਾਂ ਹੁਣ ਸੰਗਤਾਂ ਦੇ ਫੈਸਲੇ ਨਹੀਂ, ਅਦਾਲਤ ਦੇ ਵਿੱਚ ਕੇਸ ਸਰਨਿਆਂ ਦੇ ਅਗੇਂਸਟ ਹੈ ਜਾਂ ਇਹਨਾਂ ਦੋਨਾਂ ਦੇ ਅਗੇਂਸਟ ਹੈ? ਅਦਾਲਤਾਂ ਦੇ ਵਿੱਚ ਕੇਸ ਕੀ ਰਾਤ ਨੇ ਸਜ਼ਾ ਦੇ ਦਿੱਤੀ, ਕੀ ਰਾਤ ਨੇ ਸਾਬਤ ਕਰ ਦਿੱਤਾ ਵੀ ਇਹ ਗੋਲਕ ਚੋਰਿਆ? ਨਹੀਂ, ਦੋਸ਼ੀ ਹੋ ਗਏ ਆਪਾਂ ਵੀ ਜੋਗਾ ਸਿੰਘ ਜੀ, ਆਪਾਂ ਦੋਸ਼ੀ ਹੋ ਗਏ ਆ। ਆਪਾਂ ਜੇ ਦੋਸ਼ੀ ਹੋ ਗਏ ਆ, ਜਸਵੀਰ ਸਿੰਘ ਪੱਟੀ ਨੂੰ ਪੁੱਛਦੇ ਆ। ਪੱਟੀ ਸਾਹਿਬ ਜੀ, ਜੋਗਾ ਸਿੰਘ ਬਣਾ ਦਿਓ, ਕੋਈ ਗੱਲ ਨਹੀਂ। ਪੱਟੀ ਸਾਹਿਬ ਨਹੀਂ, ਜਿੱਥੋਂ ਤੱਕ ਜੋਗਾ ਸਿੰਘ ਦੀ ਗੱਲ ਆ, ਉਹਨਾਂ ਨੂੰ ਇੱਕ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਥੇ ਦੇ ਨੁਮਾਇੰਦੇ ਨੇ, ਕੁਦਰਤੀ ਗੱਲ ਆਪਣੀ ਪਾਰਟੀ ਬਾਰੇ ਹਰੇਕ ਨੇ ਬੋਲਣਾ ਹੁੰਦਾ, ਕਹਿਣਾ ਹੀ ਹੈ ਬਕਾਇਦਾ। ਸਰਨਿਆਂ ਦੀ ਹਾਰ ਨੂੰ ਉਸ ਤੋਂ ਬੌਂਦਰੇ ਹੋਏ ਤਾਂ ਨਹੀਂ ਗੱਲਬਾਤ ਕਰ ਰਹੇ, ਇਹ ਥੋੜਾ ਜਿਹਾ ਕਲੀਅਰ ਕਰਿਓ। ਬਿਲਕੁਲ ਸਹੀ ਗੱਲ ਹੈ, ਉਹਨੇ ਆਪਣੀ ਪਾਰਟੀ ਦੀ ਗੱਲ ਕਰਨੀ। ਦੇਖੋ, ਅਸੀਂ ਕਿਸੇ ਦੇ ਵੀ ਜਿਹੜੇ ਉਹ ਵਿਕਾਊ ਬੰਦੇ ਨਹੀਂ, ਅਸੀਂ ਸੱਚ ਨੂੰ ਸੱਚ ਕਹਾਂਗੇ, ਝੂਠ ਨੂੰ ਝੂਠ ਕਹਾਂਗੇ। ਦੇਖੋ, ਮਨਜਿੰਦਰ ਸਿੰਘ ਸਿਰਸੇ ਦੇ ਦੋਸ਼ ਲੱਗੇ ਤੇ ਮੁਕੱਦਮਾ ਦਰਜ ਹੋਇਆ ਤੇ LOC ਜਾਰੀ ਹੋਈ। LOC ਕਦੋਂ ਜਾਰੀ ਹੁੰਦੀ ਹੈ? LOC ਉਦੋਂ ਜਾਰੀ ਹੁੰਦੀ ਜਦੋਂ ਬੜਾ ਕੋਈ ਗੰਭੀਰ ਮਾਮਲਾ ਹੋਵੇ ਤੇ ਪਤਾ ਹੋਵੇ ਅਦਾਲਤ ਨੂੰ ਵੀ ਇਹਦੇ ਖਿਲਾਫ ਕੀ ਜਾ ਸਕਦਾ। ਮਨਜੀਤ ਸਿੰਘ ਜੀਕੇ ਦੇ ਮੁਕੱਦਮੇ ਦਰਜ, ਉਹ ਕੋਰਟਾਂ ਦੇ ਚੱਕਰ ਕੱਢ ਰਿਹਾ। ਕੀ ਕਿਹਾ ਕੱਲ ਆਪਣੇ ਨੇ ਪੀਰ ਮੰਬਰ ਨੇ ਤੇ ਬਰਮਪੁਰ ਦੇ ਬੇਟੇ ਨੇ ਕੀ ਗੱਲ ਕਿਹਾ?
ਉਹਨਾਂ ਨੂੰ ਕਹਿੰਦਾ ਇਹ ਗਦਾਰ ਨੇ। ਸੱਚ ਨੇ ਕਿਹਾ ਇਹ ਗੈਰ ਪੰਥਕ ਨੇ, ਪੰਥ ਵਿਰੋਧੀ ਨੇ। ਮੈਂ ਪੁੱਛਿਆ ਤੁਹਾਡਾ ਵਰਸ਼ਨ? ਉਹ ਕਹਿੰਦਾ ਭਾਜੀ ਸਾਡਾ ਵਰਸ਼ਨ ਕੋਈ ਨਹੀਂ। ਮੈਂ ਕਿਉਂ? ਕਹਿੰਦਾ ਸਾਡਾ ਵਰਸ਼ਨ ਇੰਨਾ ਹੀ ਦੇ ਦਿਓ ਕਿ ਜਿਹੜੇ ਲੋਕ ਜੇਲ੍ਹ ਪੱਤਰਿਆਂ ਵਾਂਗ ਅਦਾਲਤਾਂ ਦੇ ਬਾਅਦ ਆਪਣੀ ਵਾਰੀ ਦੀ ਉਡੀਕ ਕਰਨ ਦੇ ਆ, ਉਹ ਕੀ ਹੱਕਦਾਰ ਹੈਗੇ? ਉਹ ਪੰਥਕ ਹੋ ਸਕਦੇ? ਇਹਦੇ ਤੇ ਹੀ ਕਾਟਾ ਨਹੀਂ ਮਾਰ ਸਕਦੇ ਜੀ। ਸਮੇਂ ਦੇ ਵਕੀਲ ਨਹੀਂ ਕਿ ਬਿਲਕੁਲ ਕਿਸੇ ਨੂੰ ਗਲਤ ਕਰਦੇ। ਅਸੀਂ ਕਹਿੰਦੇ ਜਿਹੜਾ ਮੈਂ ਗਲਤ ਕੀਤਾ ਉਹ ਵੀ ਗਲਤ ਲਿਖਾਂਗੇ, ਨੂੰ ਗਲਤ ਕਰਾਂਗੇ ਅਸੀਂ ਉਹਨਾਂ ਨੂੰ। ਇਹਨਾਂ ਨੇ ਕਨਵੈਨਸ਼ਨ ਕੀਤੀ ਸੀ, ਗਲਤੀਆਂ ਆਈਆਂ ਸੀ ਨਾ, ਠੋਕ ਕੇ ਸੁਣੀ ਲਿਖੀ ਜੇ ਤੇ ਸਾਡੇ ਕਿੰਨੇ ਕੀ ਕੀਤਾ? ਮੈਂ ਕਿਹਾ ਠੀਕ ਹੈ ਕੀਤਾ, ਜੇ ਗਲਤੀਆਂ ਕੀਤਾ ਸੀ। ਹਾਂ, ਇਹ ਗੱਲ ਮੈਂ ਜੋਗਾ ਸੀ ਤਾਂ ਦੱਸ ਦਿਆਂ। ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਅੱਜ ਵੀ ਇੱਕ ਨੈਟਵਰਕ ਆ। ਕਾਂਗਰਸ ਦੇ ਕੋਲ ਨੈਟਵਰਕ, ਬਾਕੀ ਕਿਸੇ ਪਾਰਟੀ ਕੋਲ ਨੈਟਵਰਕ ਨਹੀਂ ਆਪਣਾ। ਅਕਾਲੀ ਦਲ ਬਾਦਲ ਨੂੰ ਛੱਡਣ ਵਾਸਤੇ ਲੀਡਰ ਬੜੇ ਬੈਠੇ ਆ, ਲੇਕਿਨ ਗਾਂ ਦਿਸਦਾ ਕੋਈ ਨਹੀਂ ਜਾਈਏ ਕਿੱਥੇ ਅਸੀਂ। ਮੈਂ ਇਹ ਵੀ ਦੱਸ ਦਿਆਂ, ਬ੍ਰਹਮਪੁਰਾ ਸਾਹਿਬ ਲੱਗ ਗਏ, ਕੁਛ ਨਹੀਂ ਕਰ ਸਕੇ। ਢੀਂਡਸਾ ਸਾਹਿਬ ਲੱਗ ਗਏ, ਕੁਛ ਨਹੀਂ ਕਰ ਸਕੇ। ਕੋਸ਼ਿਸ਼ ਹੈ ਵੀ ਇੱਕ ਅਕਾਲੀ ਦਲ ਹੋਰ ਬਣਾ ਕੇ ਪਰਖਿਆ ਜਾਣਾ ਉਹਨਾਂ ਨੂੰ, ਵੀ ਇੱਕ ਹੋਰ ਬਣਾ ਕੇ ਦੇਖੋ ਕੀ ਬਣਦਾ। ਮਤਲਬ ਕਿ ਸਾਰੇ ਇੱਕ ਮੰਚ ਤੇ ਇਕੱਠੇ ਕਰਨੇ, ਇਕੱਠੇ ਲੈ ਕੇ ਜਾਣੇ। ਇਹ ਗੱਲਬਾਤ ਚੱਲ ਰਹੀ ਉਹਨਾਂ ਦੀ, ਕੁਝ ਵੀ ਹੋ ਸਕਦਾ ਵਾ। ਲੇਕਿਨ ਫਿਰ ਵੀ ਮੈਂ ਕਹਾਂ ਅਕਾਲੀ ਦਲ ਬਾਦਲ ਕੋਲ ਇੱਕ ਨੈਟਵਰਕ ਆ। ਸੁਖਬੀਰ ਸਿੰਘ ਬਾਦਲ ਕੋਲ ਇੱਕ ਜਿਹੜੀ ਨਾ ਮੈਨੇਜਮੈਂਟ ਬਹੁਤ ਵਧੀਆ ਉਹਦੇ ਕੋਲ ਹੈਗੀ ਆ। ਲੇਕਿਨ ਉਹਨੂੰ ਇਹ ਨਹੀਂ ਪਤਾ, ਸੁਖਬੀਰ ਸਿੰਘ ਬਾਦਲ ਦੇ ਬਾਪੂ ਨੂੰ ਪਤਾ ਸੀਗਾ ਇਹ ਹਾਕੀ ਦਾ ਜਿਹੜਾ ਗੋਲ ਆ ਉਹ ਤੁਸੀਂ ਖੇਡਦੇ ਹੋ ਤੇ ਗੋਲ ਦੇ ਵਿੱਚ ਹੀ ਗੋਲ ਜਾ ਕੇ ਹੋਣਾ। ਲੇਕਿਨ ਸਿਆਸਤ ਇਹੋ ਜਿਹੀ ਹੈ, ਗੋਲ ਤੁਸੀਂ ਫਾਉਲ ਕਿਉਂ ਕਰ ਸਕਦੇ? ਇਸ ਕਰਕੇ ਅਸੀਂ ਨਾ ਵਕਾਲਤ ਦਾ ਵਕਾਲਤ ਸਮੇਂ ਨਹੀਂ ਕਰਦੇ, ਨਾ ਨਹੀਂ ਕਰਦੇ, ਨਾ ਸਮੇਂ ਨੂੰ ਦੋਖੀ ਕੋਈ ਹਾਰ ਕੇ ਅੱਜ ਮੈਨੂੰ ਗੁਰੂ ਦੀ ਗੋਲਕ ਦੀ ਗੱਲ ਕਰਦੇ, ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜੋਗਾ ਸਿੰਘ ਦੱਸ ਦਿਓ, ਤੁਸੀਂ ਉਹ ਗਈ ਸੀ ਕਿ ਗਈ ਐਂਬੂਲੈਂਸ ਪੈਸੇ ਲੈ ਕੇ ਉੱਥੇ 2019 ਦੇ ਵਿੱਚ ਇਹ ਬੰਦੇ ਕੁੱਟੇ ਗਏ ਸੀ ਉੱਥੇ, ਬਗੈਰ ਕਰਦੇ ਵੀਡੀਓ ਜਾਰੀ ਹੋਈ ਸੀ। ਆ ਵੇਖੋ ਜਿਹਨੂੰ ਕੁੱਟ ਦੇਣ ਲਈ ਪੈਸੇ ਲੈਣੇ ਇੱਥੇ ਜੀ। ਉਹਨੂੰ ਜੋਗਾ ਸਿੰਘ ਨੂੰ ਕਿਸੇ ਦੇ ਪਤਾ ਵਿਚਾਰੇ ਨੂੰ, ਕਿਉਂਕਿ ਮੈਨੂੰ ਇੱਕ ਵਾਰੀ ਗੁਰਮੀਤ ਰਾਮ ਰਹੀਮ ਦਾ ਇੱਥੇ ਕੋਈ ਸ਼ਾਗਿਰਦ ਸੀ, ਉਹਨੂੰ ਦੋਨੇ ਕੇਸਾਂ ਦੇ ਵਿੱਚ ਜਦੋਂ ਜੇਲ੍ਹ ਹੋ ਗਈ ਨਾ ਤੇ ਮੇਰੀ ਗੱਲ ਹੋਈ, ਮੈਂ ਕਿਹਾ ਜੀ ਹੁਣ ਤੁਸੀਂ ਛੱਡ ਦਿਓ, ਇਹ ਤਾਂ ਪ੍ਰੂਵ ਹੋ ਗਿਆ। ਇੱਕ ਵਾਰੀ ਉਹਨਾਂ ਦੀ ਇੱਕ ਬੀਬੀ ਵੀ ਹੈਗੀ ਆ ਉੱਥੇ ਹਰਿਆਣੇ ਦੇ ਵਿੱਚ ਹੀ ਬੈਠੀ ਹੈ, ਪੰਜਾਬ ਦੇ ਵਿੱਚ ਹੀ ਹੈ, ਮਾਫ ਕਰਨਾ। ਉਹਨਾਂ ਨਾਲ ਟੀਵੀ ਤੇ ਇੰਟਰਵਿਊ ਹੋਈ ਤੇ ਉਹਨਾਂ ਜਦੋਂ ਜ਼ਿਕਰ ਕੀਤਾ, ਕਹਿੰਦੇ ਜੀ ਨਹੀਂ ਸਾਡੇ ਬਾਬਾ ਜੀ, ਸਾਡੇ ਗੁਰੂ ਜੀ ਬਿਲਕੁਲ ਸਹੀ ਨੇ, ਇਹ ਸਾਰੇ ਦੋਸ਼ ਲਾਏ ਜਾ ਰਹੇ ਨੇ। ਹੁਣ ਜਿਨ੍ਹਾਂ ਦੀ ਅੰਨੀ ਸ਼ਰਧਾ ਹੈ, ਪੰਜਾਬੀ ਚ ਅੰਨੀ ਸ਼ਰਧਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਾ ਵੀ 5 ਕੇਸ ਰਜਿਸਟਰ ਹੋਣ ਦੇ ਬਾਵਜੂਦ, LOC ਜਾਰੀ ਹੋਣ ਦੇ ਬਾਵਜੂਦ ਅਜੇ ਵੀ ਕਹਿਣ ਕਿ ਉਹ ਮਹਾਂਪੁਰਸ਼ ਨੇ, ਫਿਰ ਤਾਂ ਮੈਂ ਕਹਿੰਦਾ ਵੀ ਸਿਰ ਚੁੱਕਦਾ ਇਹੋ ਜਿਹੇ ਲੋਕਾਂ ਆ ਗਏ ਕਿ ਉਹਨਾਂ ਦਾ ਕਿੰਨੀ ਸ਼ਰਧਾ, ਉਹਨਾਂ ਲੋਕਾਂ ਦੇ ਉੱਤੇ ਵਿਸ਼ਵਾਸ ਕਿੰਨਾ। ਜਦੋਂ ਉਹਨੂੰ ਕਿਹਾ ਕਿ ਮੈਂ ਕਿਹਾ ਜੀ ਉਹ ਤਾਂ ਕਤਲ ਕੇਸ ਦੇ ਵਿੱਚ ਵੀ ਹੈ ਤੇ ਬਲਾਤਕਾਰੀ ਦੇ, ਕਹਿੰਦਾ ਜੀ ਇਹ ਕੋਈ ਕੁੜੀਆਂ ਜਾਲੀ ਖੜੀਆਂ ਕੀਤੀਆਂ ਨੇ, ਤਾਂ ਡਰਾਮਾ ਸੀ। ਮੈਂ ਕਿਹਾ ਜੀ 15 ਸਾਲ ਹੋ ਗਏ ਨੇ ਕੇਸ ਚੱਲਦਿਆਂ ਨੂੰ, ਇਹ ਡਰਾਮਾ ਸੀ। ਅਜੇ ਉਹ ਜੇਲ੍ਹ ਦੇ ਵਿੱਚ ਬੈਠਾ, ਅਜੇ ਵੀ ਡਰਾਮਾ ਸੀ। ਕਈ ਵਾਰੀ ਹੁੰਦਾ ਕੀ ਹੈ ਕਿ ਜਿਹੜੇ ਅੰਧ ਭਗਤ ਹੁੰਦੇ ਨਾ, ਉਹਨਾਂ ਨੂੰ ਇਹ ਹੁੰਦਾ ਕਿ ਨੋ ਚੋਰੀ ਭਾਵੇਂ ਜਿੰਨੀ 123 ਕਰੋੜ ਤੋਂ ਲੈ ਕੇ ਸਰਨੇ ਜਦੋਂ ਛੱਡ ਕੇ ਗਏ ਨੇ ਤਾਂ ਡਾਕੂਮੈਂਟਡ ਹੈ, 123 ਕਰੋੜ ਛੱਡ ਕੇ ਗਏ ਨੇ ਤੇ ਇਹਨੇ 7 ਸਾਲਾਂ 'ਚ ਜ਼ਿਆਦਾ ਨਹੀਂ, ਲੋਕਾਂ ਨੇ ਤਾਂ ਸੇਵਾ ਬੜੀ ਕੀਤੀ। 14 ਕਰੋੜ ਤਾਂ ਅਮਿਤਾਭ ਬੱਚਨ ਹੀ ਦੇ ਗਿਆ। ਉਹ ਪੈਸਾ ਕਿੱਥੇ ਗਿਆ? ਉਹ ਪੈਸਾ ਕਿੱਥੇ ਗਿਆ? ਇਹ ਤਾਂ ਤੁਹਾਡੇ ਕੋਲ 400 ਕਰੋੜ ਤੋਂ ਉੱਤੇ ਬਣਨਾ ਚਾਹੀਦਾ ਸੀ। ਇੱਕ ਕਿੱਟ ਤੁਸੀਂ ਲਾਈ ਨਹੀਂ। 400 ਕਰੋੜ ਦਾ ਹਿਸਾਬਦਾਰ ਸੰਗਤ ਨੂੰ ਦਿੰਦੇ ਨਾ ਕਿ ਜਨਾਬੇ ਅਲੀ ਆ ਪਿਆ 400 ਕਰੋੜ, ਆ ਲਓ ਪੰਥ ਦੇ ਕੰਮ ਤੇ ਲਾਓ। ਇਹ ਅਜੇ ਵੀ ਕਹੀ ਜਾਣਾ ਕਿ ਨਹੀਂ ਨਹੀਂ ਨਹੀਂ, ਅਜੇ ਪ੍ਰੂਵ ਥੋੜਾ ਹੋਇਆ। ਕਹਿੰਦਾ ਕਮਾਲ ਹੈ, ਸਲੂਟ ਹੈ ਜੀ। ਅਮਰਜੀਤ ਸਿੰਘ ਜੀ ਤੁਸੀਂ ਇੱਥੇ ਹੋ, ਸਵਾਗਤ ਹੈ ਤੁਹਾਡਾ ਜੀ। ਕੁਲਦੀਪ ਸਿੰਘ ਜੀ ਤੇ ਪੱਟੀ ਸਾਹਿਬ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਗੱਲ ਇਸ ਤਰ੍ਹਾਂ ਹੈਗੀ ਆ ਵੀ ਤੁਸੀਂ ਦੱਸ ਹੀ ਦਿੱਤਾ ਵਾ ਵੀ ਜਿਹੜੇ ਅੰਧ ਵਿਸ਼ਵਾਸ ਦੇ ਪਾਤਰ ਨੇ, ਜਿਹੜੇ ਕਦੇ ਵੀ ਜਿਹੜੇ ਇਹ ਭਾਈ ਸਾਹਿਬ ਨੇ, ਇਹ ਹਮੇਸ਼ਾ ਹੀ ਬਾਦਲ ਦੀ ਗੱਲ ਗਾਉਂਦੇ ਨੇ, ਹਮੇਸ਼ਾ ਹੀ। ਹੁਣ ਵੀ ਇਹ ਵੀ ਕਹਿੰਦੇ ਨੇ ਬਈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਤੇ ਇਹਨਾਂ ਨੇ ਕੀਤੀ ਨਹੀਂ। ਉਹ ਵਾਕਿਆ ਹੀ ਇਹਨਾਂ ਕੋਲੇ ਸਾਰੀਆਂ ਚੀਜ਼ਾਂ ਹੀ ਹੈਗੀਆਂ ਨੇ, ਬਸ ਇਹਨਾਂ ਦੀ ਇੱਕੋ ਲਾਈਨ ਜਿਹੜੀ ਲਿਖ ਕੇ ਦਿੱਤੀ ਹੋਈ ਆ ਬਾਦਲ ਸਾਹਿਬ ਦੇ ਗਰੁੱਪ ਨੇ ਵੀ ਤੁਸੀਂ ਉਹੋ ਹੀ ਕਹਿਣਾ ਅਸੀਂ
ਨਹੀਂ, ਅਸੀਂ ਦੋਸ਼ੀ ਨਹੀਂ, ਅਸੀਂ ਦੋਸ਼ੀ ਨਹੀਂ, ਬਸ ਇਹੋ ਹੀ ਰੱਖਿਆ ਹੋਇਆ ਇਹਨਾਂ ਨੇ, ਹੋਰ ਕੁਛ ਨਹੀਂ। ਮੈਂ ਇਹਨਾਂ ਨੂੰ ਬੜੇ ਸਾਲਾਂ ਤੋਂ ਵੇਖਦਾ, ਇਹਨਾਂ ਦੀ ਕੋਈ ਗੱਲ ਬਸ ਫੜੀ ਹੋਈ ਆ। ਨਹੀਂ ਜੀ ਬਾਦਲ ਸਾਹਿਬ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਮਾਈ ਤੁਸੀਂ ਆਪਣੀ ਕਰਦੇ ਹੋ ਜਾਂ ਤੁਹਾਨੂੰ ਦੱਸੇ ਆਉਂਦੇ ਨੇ। ਵੀ ਤੁਸੀਂ ਸੱਚ ਨੂੰ ਸੱਚ ਨਹੀਂ ਕਹਿ ਸਕਦੇ। ਜਦੋਂ ਜੇ ਵੋਟਰ ਦੀ ਗੱਲ ਕਰ ਲਈਏ, ਜੋ ਸਾਡੇ ਵਰਗਾ ਹੀ ਹੋਵੇ, ਉਹ ਅਸੀਂ ਕਹਿੰਦੇ ਕਮਾਈ ਤਾਂ ਅਸੀਂ ਆਪਣੇ ਕੰਮ ਕਰਕੇ ਖਾਂਦੇ ਹਾਂ, ਅਸੀਂ ਕਿਸੇ ਦੇ ਗੁਲਾਮ ਕਿਉਂ ਬਣੀਏ? ਪਰ ਇਹ ਤੇ ਗੁਲਾਮ ਲੋਕ ਨੇ। ਜੇ ਗੁਲਾਮ ਨਾ ਹੁੰਦੇ ਤੇ ਅੱਜ ਤੱਕ ਕੁਛ ਨਾ ਕੁਛ ਹੋਰ ਹੁੰਦਾ। ਸੋ ਗੁਲਾਮੀ ਵਾਲੇ ਲੋਕ ਨੇ, ਏਦਾਂ ਕਰਦੇ ਨੇ, ਪਿੱਠੂ ਰਹਿਣਾ ਇਹਨਾਂ ਨੇ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। ਖੈਰ ਆਪਾਂ ਨਹੀਂ, ਵਿਸ਼ਵਾਸ ਵੀ ਹੁੰਦਾ ਵੀਰ ਜੀ, ਅਮਰਜੀਤ ਸਿੰਘ ਵੀਰ ਜੀ, ਹਰੇਕ ਦਾ ਆਪਣਾ ਵਿਸ਼ਵਾਸ ਵੀ ਹੈ। ਹੁਣ ਇਹਨਾਂ ਦੇ ਵਡਵਡੇਰੇ ਆਪਾਂ ਨੂੰ ਕਿਹਨੂੰ ਨਹੀਂ ਪਤਾ ਕਿ ਆਸ਼ੂਤੋਸ਼ ਤੇ ਭਨਿਆਰੇ ਵਾਲੇ ਦੇ ਚਰਨਾਂ 'ਚ ਡਿੱਗੇ ਰਹਿੰਦੇ ਸੀ? ਕਿਹਨੂੰ ਨਹੀਂ ਪਤਾ? ਕਿਹੜੇ ਵਿਅਕਤੀ ਨੂੰ ਨਹੀਂ ਪਤਾ ਕਿ ਜਿੰਨੇ ਪੁਲਿਸ ਮੁਕਾਬਲੇ ਹੋਏ ਨੇ, ਸਮੇਤ ਸੈਣੀ ਦਾ ਬੇਟਾ ਬਣਾ ਕੇ ਰੱਖਿਆ ਸੀ। ਕਿਹਨੂੰ ਨਹੀਂ ਪਤਾ ਕਿ ਜਹਦਰ ਗੁਰਦੇਵ ਸਿੰਘ ਕੌਂਕੇ ਨੂੰ ਕਿਹਨੇ ਮਾਰਿਆ? ਫਾਈਲ ਕਿੰਨਾ ਚਿਰ ਟੇਬਲ ਦੇ ਉੱਤੇ ਕਦੇ ਹੋਈ ਹੈ ਨਸ਼ਨ ਨੂੰ? ਹੋਈ ਵੀ ਨਹੀਂ, ਕਿਉਂਕਿ ਪੰਥ ਹੈ। ਪੰਥ ਨੂੰ ਕਿਹੜਾ ਕਹਿ ਦੂ? ਸਰਦਾਰ ਚਮਕੌਰ ਸਿੰਘ ਜੀ ਤੇ ਪੱਟੀ ਸਾਹਿਬ ਉਸ ਤੋਂ ਬਾਅਦ ਇਹਦੇ ਉੱਤੇ ਗੱਲਬਾਤ ਕਰਨਗੇ। ਚਮਕੌਰ ਸਿੰਘ ਜੀ। ਸਰਦਾਰ ਕੁਲਦੀਪ ਸਿੰਘ ਜੀ, ਕਿਸੇ ਵੀ ਬਾਦਲ ਦਲ ਨੂੰ ਜਾਂ ਹੋਰ ਤੁਹਾਡੇ ਵੱਲੋਂ ਵੀ ਇਹੋ ਜਿਹੀ ਸ਼ਬਦਾਵਲੀ ਮੇਰੇ ਖਿਆਲ ਹੈ ਸੰਕੋਚ ਨਾਲ ਹੀ ਕਰਨੀ ਚਾਹੀਦੀ ਹੈ। ਅੱਜ ਜੋ ਹਾਲਾਤ ਨੇ ਪੰਜਾਬ ਦੇ, ਉਹ ਕੇਵਲ ਬਾਦਲਾਂ ਨਾਲ ਹੀ ਨਹੀਂ ਹੋਏ, ਔਰ ਸ਼ਰਨਾ ਸਾਹਿਬ ਦਾ ਇੱਕ ਕਿਰਦਾਰ ਦਾ ਵੀ ਤੁਹਾਨੂੰ ਪਤਾ ਹੈ ਕਿ ਉਹ ਸੱਚ ਦੀ ਕੰਧ ਦੇ ਖਿਲਾਫ ਇਹ ਕਾਂਗਰਸ ਦੇ ਨਾਲ ਮਿਲ ਕੇ ਔਰ ਪ੍ਰਹਲਾਦ ਦੇ ਨੂੰ ਬਣਾ ਕੇ 15 ਸਾਲ ਇਸਨੇ ਕਾਂਗਰਸ ਜਿਸ ਨੇ ਕਤਲੇਆਮ ਕੀਤਾ ਉਸ ਨੂੰ ਅਸੀਂ ਸਿਰਫ ਗੋਲਕਾਂ ਦੀ ਜਿਹੜੀ ਗੱਲ ਹੈ ਉਹ ਜੇ ਕੋਈ ਅਦਾਲਤ ਦੇ ਵਿੱਚ ਹੋਈ ਉਹ ਸਾਫ਼ ਹੋ ਜੂ। ਤੇ ਇਸ ਨੂੰ ਬਾਬੇ ਉਸ ਸਿਰਸੇ ਦੇ ਨਾਲ ਜੋੜਨਾ ਮੇਰਾ ਖਿਆਲ ਹੈ ਤੁਸੀਂ ਅਨਿਆਂ ਕਰ ਰਹੇ ਹੋ। ਇਸ ਲੜਾਈ ਨੂੰ ਬੰਦ ਕਰਨਾ ਚਾਹੀਦਾ। ਆਪਸੀ ਲੜਾਈ ਕਿਹਨੂੰ ਫਾਇਦਾ ਦੇ ਰਹੀ ਹੈ ਇਹ ਤੁਹਾਨੂੰ ਪਤਾ ਹੈ। ਸੋ ਸ਼ਰਨੇ ਦੀ ਤੁਹਾਡੇ ਤੇ ਵੀ ਕੋਈ ਮਿਹਰਬਾਨੀ ਹੋਈ ਹੈ ਔਰ ਉਹ ਤੁਸੀਂ ਜਾਣਦੇ ਹੋ। ਤੁਸੀਂ ਉਹਨਾਂ ਦੀ ਵਕਾਲਤ ਮੇਰਾ ਖਿਆਲ ਹੈ ਘੱਟੀ ਕਰਨੀ ਚਾਹੀਦੀ ਹੈ। ਬਾਦਲ ਜੋ ਚੋਰ ਨੇ ਉਹ ਅਦਾਲਤ ਸਾਫ਼ ਫੈਸਲਾ ਕਰ ਦੂ ਔਰ ਲੋਕ ਹਰ ਵਾਰ ਫੈਸਲਾ ਦਿੰਦੇ ਨੇ ਕੌਣ ਕੀ ਹੈ। ਥੈਂਕ ਯੂ ਵੈਰੀ ਮਚ। ਚਮਕੌਰ ਸਿੰਘ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਸਰਨੇ ਨੇ ਕੀ ਵਕਾਲਤ ਕੀਤੀ ਹੈ ਉਹ ਤਾਂ ਮੈਨੂੰ ਤਾਂ ਪਤਾ ਨਹੀਂ, ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਵੇ। ਜਦੋਂ ਮੈਨੂੰ ਦਿੱਲੀ ਰੋਕਿਆ ਸੀ, ਮੇਰੇ ਲਈ ਸਰਦਾਰ ਮਨਜਿੰਦਰ ਸਿੰਘ ਸਰਸਾ ਨੇ ਵੀ ਚਿੱਠੀ ਲਿਖੀ ਸੀ, ਮਨਜੀਤ ਸਿੰਘ ਜੀਕੇ ਨੇ ਵੀ ਚਿੱਠੀ ਲਿਖੀ ਸੀ ਤੇ ਪਰਮਜੀਤ ਸਿੰਘ ਸਰਨਾ ਨੇ ਵੀ ਚਿੱਠੀ ਲਿਖੀ ਸੀ। ਯੈਸ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਇੱਕ ਗੱਲ ਮੈਂ ਥੋੜੀ ਜਿਹੀ ਕਲੀਅਰ ਕਰਦੇ ਹਾਂ ਕਿ ਉਹਨਾਂ ਚਿੱਠੀਆਂ ਲਿਖਣ ਦੇ ਨਾਲ ਨਹੀਂ, ਮੇਰਾ ਸਵਾਲ ਇਹ ਹੈ ਕਿ ਵਾਕਈ ਹੀ ਯੈਸ ਪਰਮਜੀਤ ਸਿੰਘ ਸਰਨਾ ਹੋਵੇ, ਮਨਜੀਤ ਸਿੰਘ ਜੀਕੇ ਹੋਵੇ, ਮਨਜਿੰਦਰ ਸਿੰਘ ਸਰਸਾ ਹੋਵੇ, ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਪਰ ਜਿਹੜਾ ਵੀ ਦਿੱਲੀ ਕਮੇਟੀ ਦਾ ਪ੍ਰਧਾਨ ਬਣਦਾ ਹੈ, ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਉੱਥੇ ਦੀ ਮੌਜੂਦਾ ਸਰਕਾਰ ਦੀ ਹਾਂ ਦੇ ਵਿੱਚ ਹਾਂ ਮਿਲਾਉਣੀ ਪੈਂਦੀ ਹੈ, ਤਾਂ ਜਾ ਕੇ ਉਹਨਾਂ ਦੀ ਗੱਲਬਾਤ ਅੱਗੇ ਚੱਲਦੀ ਹੈ। ਭਾਵੇਂ ਉਦੋਂ ਕਾਂਗਰਸ ਹੋਵੇ, ਭਾਵੇਂ ਉਦੋਂ ਬੀਜੇਪੀ ਹੋਵੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਹੀ ਬੀਜੇਪੀ ਨੇ ਜਦੋਂ ਕਾਲੇ ਬਾਦਲਾਂ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਬਚਪਨ ਤੋਂ ਅਕਾਲੀ ਹਾਂ, ਪਰ ਅਕਾਲੀ ਦਲ ਬਾਦਲ ਨਹੀਂ ਆ। ਇਸ ਵੇਲੇ ਅਕਾਲੀ ਦਲ ਨਹੀਂ ਰਿਹਾ। ਅਕਾਲੀ ਦਲ ਦੀਆਂ 13 ਵਿੰਗਸ ਬਣ ਚੁੱਕੇ ਆ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨਹੀਂ। ਬਲਵੰਤ ਸਿੰਘ ਖੇੜਾ ਨੇ, ਅੱਜ ਮੈਂ ਉਹਨਾਂ ਨੂੰ ਲੈ ਕੇ ਆਉਣਾ ਸੀ, ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਇਹਨਾਂ ਦੀ ਇਸ ਪਾਰਟੀ ਦੇ ਉੱਤੇ ਪੰਥਕ ਪਾਰਟੀ ਨੂੰ ਕਿਵੇਂ ਦੂਸਰੀ ਪਾਰਟੀ ਐਲਾਨ ਕੀਤਾ, ਅਦਾਲਤ ਨੇ ਹੁਕਮ ਕਰ ਦਿੱਤਾ ਹੈ। ਹੋ ਸਕਦਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਅਕਾਲੀ ਦਲ ਦੇ ਨਾਮ ਦੇ ਉੱਤੇ ਚੋਣਾਂ ਨਾ ਲੜ ਸਕਣ।
ਇਹ ਕੇਸ ਚੱਲ ਰਹੇ ਨੇ। ਪਰ ਜਿਹੜੀ ਕਹਿਣ ਦੀ ਗੱਲ ਹੈ, ਮੈਂ ਜਸਵੀਰ ਸਿੰਘ ਪੱਟੀ ਉਹਨਾਂ ਨੂੰ ਕਿਉਂ ਲੈ ਕੇ ਆਇਆ, ਉਹਦਾ ਕਾਰਨ ਇਹੀ ਸੀ ਕਿ ਦਿੱਲੀ ਕਮੇਟੀ ਨੇ ਚੋਣਾਂ ਬਾਰੇ ਜਿੰਨਾ ਉਹਨਾਂ ਨੂੰ ਵਿਸ਼ਲੇਸ਼ਣ ਦਾ ਪਤਾ ਹੈ, ਨਾ ਤਾਂ ਸਰਨਾ ਸਾਹਿਬ ਨੇ ਮੈਨੂੰ ਪੈਸੇ ਦਿੱਤੇ ਆ ਸਾਡੇ ਰੇਡੀਓ ਨੂੰ, ਤੇ ਨਾ ਹੀ ਪੈਸੇ ਦਿੱਤੇ ਆ ਮਨਜਿੰਦਰ ਸਿੰਘ ਸਰਸਾ ਜਾਂ ਮਨਜੀਤ ਸਿੰਘ ਜੀਕੇ ਨੇ। ਸਾਡੀ ਡਿਊਟੀ ਬਣਦੀ ਹੈ ਕਿ ਕੀ ਕੁਛ ਹੋ ਰਿਹਾ ਹੈ, ਕਿ ਬਲਦੇਵ ਸਿੰਘ ਵਡਾਲਾ ਨੇ ਬਕਾਇਦਾ, ਜੇ ਇਹ ਇਕੱਠੇ ਚੱਲਦੇ ਬਲਦੇਵ ਸਿੰਘ ਵਡਾਲਾ ਨੇ ਵਾਕਈ ਹੀ, ਕਿਉਂਕਿ ਜਦੋਂ ਤੁਸੀਂ ਸਾਰੇ ਇੱਕ ਬੰਦੇ ਦੇ ਅਗੇਂਸਟ ਲੜ ਰਹੇ ਹੋ ਤਾਂ ਇਕੱਠੇ ਕਿਉਂ ਨਹੀਂ ਲੜ ਸਕਦੇ? ਕਿਉਂਕਿ ਹਰੇਕ ਨੂੰ ਚੌਧਰ ਚਾਹੀਦੀ, ਹਰੇਕ ਚਾਹੁੰਦਾ ਮੈਂ ਗੋਲਕ ਦੇ ਉੱਤੇ ਕਬਜ਼ਾ ਕਰਾਂ। ਕਿਹਨੂੰ ਨਹੀਂ ਪਤਾ ਕਿ ਦਿੱਲੀ ਦੀ ਗੋਲਕ ਮੁੱਦੀ ਹੋਈ ਪਈ ਹੈ? ਕਿਹਨੂੰ ਨਹੀਂ ਪਤਾ? ਹਰੇਕ ਨੂੰ ਪਤਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਕਿਹੜੇ ਵਿਅਕਤੀ ਨੂੰ ਨਹੀਂ ਪਤਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਗੋਲੀ ਤਾਲਿਬਾਨ ਨਹੀਂ ਚਲਾ ਕੇ ਗਏ, ਪੰਜਾਬ ਪੁਲਿਸ ਦੇ ਨੇ ਚਲਾਈ ਹੈ। ਆਰਡਰ ਕਿਹਨੇ ਕੀਤਾ? ਕਿਹਨੂੰ ਨਹੀਂ ਪਤਾ? ਨਹੀਂ, ਬਾਦਲਾਂ ਦੇ ਖਿਲਾਫ ਮੈਂ ਬਿਲਕੁਲ ਨਹੀਂ, ਇਹ ਤੁਹਾਨੂੰ ਬੜਾ ਵੱਡਾ ਭੁਲੇਖਾ ਹੈ। ਪਰ ਹਾਂ, ਬਾਦਲਾਂ ਦੀ ਜਿਹੜੀ ਸੱਚਾਈ ਹੈ ਉਹਨੂੰ ਜ਼ਰੂਰ ਤੁਹਾਡੇ ਤੱਕ ਲਿਆਉਣ ਦਾ ਯਤਨ ਕਰਦਾ। ਪੱਟੀ ਸਾਹਿਬ ਜਿਹੜੀ ਗੱਲਬਾਤ ਕਰਕੇ ਗਏ ਨੇ ਦੋਨੇ ਸੱਜਣ, ਕੀ ਕਹਿਣਾ ਚਾਹੋਗੇ? ਦੇਖੋ ਜੀ, ਗਿਆਨੀ ਜੈਲ ਸਿੰਘ ਦਾ ਰਾਜ ਸੀਗਾ ਜੀ। ਗਿਆਨੀ ਜੈਲ ਸਿੰਘ ਦੇ ਰਾਜ ਦੇ ਵਿੱਚ ਮੋਗਾ ਦੇ ਰੀਜਨ ਸਿੰਘ ਵਿੱਚ ਗੋਲੀ ਚੱਲੀ ਤੇ ਇੱਕ ਮੁੰਡਾ ਮਨਜੀਤ ਸਿੰਘ ਚਿੜਕ ਮਾਰਿਆ ਗਿਆ ਜੀ। ਮਨਜੀਤ ਸਿੰਘ ਚਿੜਕ ਦੀ ਭੋਗ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਿਆ ਤੇ ਇਹਨਾਂ ਨੇ ਇੰਨੀ ਗੱਲ ਕਹੀ, ਭਾਈ ਜੇ ਸਾਡੀ ਸਰਕਾਰ ਆਈ ਨਾ ਤੇ ਇਹਨੂੰ ਫਾਇਰ ਚੰਗੇ ਡੀਐਸਪੀ ਨੇ ਗੋਲੀ ਮਾਰੀ ਇੰਸਪੈਕਟਰ ਨੂੰ, ਦਸ਼ਨਜੀਤ ਸਿੰਘ ਇੰਸਪੈਕਟਰ ਸੀਗਾ। ਗਿਆਨੀ ਸਰਕਾਰ ਨੇ ਉਸ ਇੰਸਪੈਕਟਰ ਦਾ ਜਿਹੜਾ ਸੀ ਕਤਲ ਮਾਫ ਕੀਤਾ ਤੇ ਆ ਕੇ ਬਾਦਲ ਸਰਕਾਰ ਨੇ ਉਹਨੂੰ ਪ੍ਰਮੋਟ ਕੀਤਾ। ਹੁਣ ਦੋਸ਼ੀ ਕਿਹਨੂੰ ਠਾਈਏ ਸੀ? ਮੇਰੇ ਵੀ ਦਾਦੇ ਕਿਹਨੂੰ ਦੋਸ਼ੀ ਕੀਏ ਸੀ? ਕਿਉਂ ਇਹ ਕਿਉਂ ਹੋਇਆ? ਤੁਸੀਂ ਪੁੱਛਿਆ ਕਿਸੇ ਨੂੰ ਜੀ? 1997 ਦੇ ਜਦੋਂ ਪੀਪਲ ਮਿਸ਼ਨ ਵੋਟ ਦੀ ਗੱਲ ਕੀਤੀ ਸੀ, ਸੱਚ ਦਾ ਸੱਚ ਤੇ ਝੂਠ ਦੀ ਝੂਠ ਗੱਲ ਕੀਤੀ, ਹਾਈਕੋਰਟ ਜਾ ਕੇ ਰੋਕੀ ਨਾ ਲਵਾਈ ਸੀ। 1996 ਜਦੋਂ ਬਾਦਲ ਸਾਹਿਬ ਨੇ ਇੰਨੀ ਗੱਲ ਕਹੀ ਸੀ, ਪ੍ਰਚਾਰ ਕਰਦੇ ਨੇ ਕਿ ਸਾਡੀ ਸਰਕਾਰ ਬਣੀ ਤੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਸਾਰੇ ਫੜ ਕੇ ਅੰਦਰ ਜਾਣਗੇ ਸੀ ਪੁਲਿਸ ਵਾਲੇ। ਇੱਕ ਵੱਡੀ ਅਖਬਾਰ ਦੇ ਐਡੀਟਰ ਦੇ ਨਾਲ ਜਲੰਧਰ ਦੀ ਪੀਏਪੀ ਰਿਫਲੈਕਸ ਵਿੱਚ ਮੀਟਿੰਗ ਹੋਈ ਪੁਲਿਸ ਨਾਲ, ਪੁਲਿਸ ਅਫਸਰਾਂ ਨਾਲ। ਸਰਕਾਰ ਬਣਾ ਦਿਓ ਕਿ ਤੁਹਾਡੀ ਸਰਕਾਰ ਕਿਉਂ ਬਣਾ ਦਈਏ? ਤੁਸੀਂ ਕਹਿੰਦੇ ਪੁਲਿਸ ਅੰਦਰ ਕਰਾਂਗੇ। ਕਹਿੰਦਾ ਕੌਣ ਕਹਿੰਦਾ? ਤੁਸੀਂ ਕਹਿੰਦੇ ਹੋ ਨਾ, ਮੇਰੇ ਕਹਿਣ ਦੀ ਕਿਹੜੀ ਗੱਲ? ਤੁਸੀਂ ਸਰਕਾਰ ਬਣਾਓ। ਕਹਿੰਦਾ ਤੁਸੀਂ ਚਾਹੁੰਦੇ ਕਿਉਂ? ਕਹਿੰਦੇ ਸਾਡੀ ਫਿਰ ਇੱਕ ਮੰਗ ਹੈਗੀ ਹੈ, ਜਿਹੜੇ ਵੀ ਸਾਡੇ ਕੇਸ ਝੂਠੇ ਚੱਲਦੇ ਆ, ਸੱਚੇ ਚੱਲਦੇ ਆ, ਉਹਨਾਂ ਦਾ ਬਕਾਇਦਾ ਤੌਰ ਤੇ ਵਕੀਲ ਦੀ ਫੀਸ ਜਿਹੜੀ ਗੋਲਕ ਦਿੱਤੀ ਜਾਵੇ, ਉਹ ਸਰਕਾਰੀ ਖਜ਼ਾਨੇ ਦਿੱਤੀ ਜਾਵੇ। ਤੇ ਬਾਦਲ ਸਾਹਿਬ ਨੇ ਮੰਗ ਪ੍ਰਵਾਨ ਕੀਤੀ ਸੀ, ਬੈਂਸ ਨੇ ਮੰਗ ਪ੍ਰਵਾਨ ਨਹੀਂ ਸੀ ਕੀਤੀ। ਕਿਹਨੂੰ ਦੋਸ਼ੀ ਠਹਿਰਾਈਏ? ਫਿਰ ਤਸਵੀਰ ਜੀ ਤੁਹਾਨੂੰ ਦੱਸ ਦਈਏ ਕਿਹਨੂੰ ਦੋਸ਼ੀ ਕਹੀਏ। ਹਾਂ, ਇਹ ਗੱਲ ਕਹਾਂ ਮੈਂ, ਜਿਹੜਾ ਪਿੰਡਾਂ ਦਾ ਵਿਕਾਸ ਹੋਇਆ ਉਹ ਬਾਦਲ ਸਰਕਾਰ ਦੇ ਵਿੱਚ, ਕੋਈ ਦੋ ਰਵਾਂ ਨਹੀਂ। ਜਿਹੜੇ ਫੋਕਲ ਪੁਆਇੰਟ ਬਣੇ ਉਹ ਬਾਦਲ ਸਰਕਾਰ ਨੇ ਬਣਾਏ, ਕਿਉਂਕਿ ਬਲਵੰਤ ਸਿੰਘ ਉਹ ਬੜਾ ਵਧੀਆ ਬੰਦਾ ਸੀ, ਵਧੀਆ ਬੰਦਾ ਸੀ, ਉਹਨੂੰ ਐਪਰੀਸ਼ੀਏਟ ਕਰਨਾ ਬਣਦਾ। ਉਹ ਦੇਖਿਆ ਜਾਂਦਾ ਸੀ, ਸਕੀਮਾਂ ਲੈ ਕੇ ਆਉਂਦਾ ਸੀ ਜੀ। ਤੇ ਬਾਦਲ ਸਾਹਿਬ ਤੇ ਵਿਸ਼ਵਾਸ ਹੀ ਬਹੁਤ ਕਰਦੇ ਸੀ। ਇਹਦੀ ਗੱਲ ਮੈਂ ਕਹਿੰਦਾ ਵੀ ਜੇ ਫੋਕਲ ਪੁਆਇੰਟ ਬਣਾਏ ਸੀ, ਜੇ ਕਿਤੇ ਉਹਦੀ ਚੱਲਦੇ ਹੁੰਦੇ ਤੇ ਅੱਜ ਇਹ ਦਿੱਕਤਾਂ ਕਿਸਾਨਾਂ ਨੂੰ ਜਾ ਰਹੀ ਉਹ ਨਹੀਂ ਸੀ ਹੋਣੀ। ਤੇ ਚੰਗੇ ਕੰਮ ਕੀਤੇ ਸੀ, ਚੰਗਿਆਂ ਦੀ ਵੀ ਗੱਲ ਕਰਾਂਗੇ, ਮਾੜੇ ਨੇ। ਜਦੋਂ ਬਾਦਲ ਸਾਹਿਬ 97 ਵਿੱਚ ਆਏ ਉਹਨੇ ਕਿਹਾ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਦੇ ਪੱਕੇ ਦਰਜੇ ਭਾਵੇਂ ਮਾਨ ਦਾ ਜਿਹੜਾ ਮਰਜ਼ੀ ਕਰ ਸਭ ਵਾਪਸ ਲਓ। ਚੰਗੇ ਕੰਮ ਕੀਤੇ, ਚੰਗਾ ਕਰਾਂਗੇ। ਜੇ ਕੋਈ ਮਾੜਾ ਕੀਤਾ ਤੇ ਉਹਦੀ ਆਲੋਚਨਾ ਨਹੀਂ ਕਰਾਂਗੇ। ਹੁਣ ਤੁਸੀਂ ਗੱਲ ਕੀਤੀ ਸਰਨਿਆਂ ਦੀ ਸੱਚ ਦੀ ਕੰਧ ਦੀ ਗੱਲ ਜੀ। ਸਰਨੇ ਕੀ ਕਹਿੰਦੇ ਸੀ? ਸਾਨੂੰ ਸੱਚ ਦੀ ਕੰਧ ਬਣਾਉਣ ਦੀ ਕੋਈ ਦਿੱਕਤ ਨਹੀਂ ਹੈਗੀ। ਉਹ ਕਹਿੰਦੇ ਸੀ ਗੁਰਦੁਆਰਾ ਕੰਪਲੈਕਸ ਨਾ ਬਣਾਈ ਜਾਵੇ, ਥੋੜੀ ਛੱਡ ਕੇ ਬਣਾਈ ਜਾਵੇ। ਉਹਦਾ ਕਾਰਨ ਦੱਸਣਾ ਤੁਹਾਨੂੰ ਜੀ। ਦਰਬਾਰ ਸਾਹਿਬ ਕੰਪਲੈਕਸ ਦੇ ਸਾਡੇ ਕੋਲ ਦੋ ਸੰਕਲਪ ਨੇ, ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਜੀ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਦਰਬਾਰ ਸਾਹਿਬ ਆ, ਇੱਕ ਸਾਡਾ ਤਖਤ ਆ, ਇੱਕ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੰਗਤ ਜਦੋਂ ਜਾਂਦੀ ਹੈ ਉੱਥੇ ਪ੍ਰਕਾਸ਼ ਅਸੀਂ ਥੱਲੇ ਪੀੜਾ ਡਾਂਗ ਕਰਦੇ, ਸੰਗਤਾਂ ਪਿੱਛੇ ਗੈਲਰੀ 'ਚ ਬੈਠਦੀਆਂ ਨੇ। ਬਿਲਕੁਲ ਜੀ। ਤੇ ਤਖਤ ਦੇ ਉੱਤੇ ਸੀ, ਤਖਤ ਦੇ ਉੱਪਰ ਪ੍ਰਕਾਸ਼ ਕਰਦੇ। ਇਹ ਸੰਕਲਪ ਆ ਸਾਡਾ।
ਅਕਾਲ ਤਖਤ ਦੇ ਮਗਰਲੇ ਪਾਸੇ ਇੱਕ ਗਲੀ ਆਉਂਦੀ ਸੀ, ਉਹਦੇ ਮਗਰਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦਾ ਸੀਗਾ। ਬਾਬਾ ਗੁਰਬਖਸ਼ ਜੀ ਬਿਲਕੁਲ ਅਲੱਗ ਕਰਦਾ ਸੀ, ਇਹ ਮਤਲਬ ਅਲੱਗ ਕਰਦਾ ਸੀਗਾ। ਉਹ ਗਲੀ ਅਗਲੇ ਪਾਸੇ ਲੰਘ ਕੇ ਥੜਾ ਸਾਹਿਬ ਗੁਰਦੁਆਰਾ ਬਾਹਰ ਰਹਿੰਦਾ ਸੀ। ਲੇਕਿਨ ਇਹਨਾਂ ਨੇ ਆ ਕੇ ਉਹ ਗੁਰਦੁਆਰੇ ਦੇ ਅੰਦਰ ਲੈ ਆਂਦਾ, ਬਾਬੇ ਗੁਰਬਖਸ਼ ਦਾ ਗੁਰਦੁਆਰੇ ਅੰਦਰ ਲੈ ਆਂਦਾ, ਨਾਲ ਉੱਤੇ ਕਮਰੇ ਬਣਾ ਕੇ ਜਿਹੜਾ ਸੀ ਇੱਕ ਸਾਧਨ ਬਣਾ ਲਿਆ ਆਪਣਾ, ਜਿਹਦੇ ਖੰਡ ਪਾਠ ਰੱਖ ਕੇ ਜਿਹੜੇ ਸੀ ਪੈਸੇ। ਜਦੋਂ ਸ਼ਹੀਦੀ ਯਾਦਗਾਰ ਬਣੀ ਤੇ ਸਰਦਾਰ ਸਿਮੀ ਸਿੰਘ ਮਾਨ ਨੇ ਵਿਰੋਧ ਕੀਤਾ ਸੀ, ਭਾਈ ਇਹਨੂੰ ਬਾਹਰ ਬਣਾਓ, ਚੰਗੀ ਵੱਡੀ ਬਣਾਓ, ਛੋਟੀ ਦਾ ਬਣਾਓ, ਵਧੀਆ ਸੋਹਣੀ ਬਣਾਓ ਜੀ ਜੀ। ਲੇਕਿਨ ਉਦੋਂ ਇਹਨਾਂ ਨੇ ਉਹ ਯਾਦਗਾਰ ਨਾਲ ਬਣਾਤੀ। ਅੱਜ ਸਾਰਾ ਸੰਕਲਪ ਮਿਲਾਓ ਅਕਾਲ ਤਖਤ ਦੇ ਦਰਬਾਰ ਸਾਹਿਬ ਦਾ ਗਿਆ, ਕਈ ਸੰਕਲਪ ਹੋਰ ਰਲ ਗਏ ਤੇ ਆਉਣ ਵਾਲੇ ਸਾਡਾ ਵੀ ਧਿਆਨ ਰੰਗਣ ਕੀਤਾ ਜਾਊਗਾ ਹੁਣ। ਹਾਂਜੀ ਬਿਲਕੁਲ, ਮੇਰੇ ਖਿਆਲ ਸ਼ਾਇਦ ਇਹੀ ਕਾਰਨ ਸੀ ਦਿੱਲੀ ਵਾਲਾ ਵੀ। ਅਸੀਂ ਸਰਨੇ ਦੇ ਕੋਈ ਵਕਾਲਤ ਨਹੀਂ ਕਰਦੇ, ਸਰਨਾ ਗਲਤ ਕਰੂਗੇ ਠੋਕ ਕੇ ਗੱਲ ਕਰਾਂਗੇ ਦੇ ਖਿਲਾਫ ਅਸੀਂ ਕਰਾਂਗੇ। ਅੱਜ ਉਹ ਸੱਤਾ 'ਚ ਨਹੀਂ ਗਾ, ਅੱਜ ਗੱਲ ਜਿਹੜੀ ਹੈ ਸੱਤਾ 'ਚ ਬੰਦਾ ਉਹਦੇ ਖਿਲਾਫ ਹੋਣੀ ਹੈ। ਅਸੀਂ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਗੱਲ ਨਹੀਂ ਕਰ ਸਕਦੇ, ਅੱਜ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਖਿਲਾਫ ਗੱਲ ਕਰ ਸਕਦੇ। ਦੱਸ ਵੀ ਤੂੰ ਕੀਤਾ ਕੀ ਹੈ? ਜਦੋਂ ਸਰਨਾ ਸੱਤਾ ਹੋਊਗਾ ਪੁੱਛਾਂਗੇ, ਬੱਚੇ ਕੀ ਸਵਾਲ ਹੋਵੇ ਜਿਹਨੂੰ ਪੁੱਛਾਂਗੇ ਨਹੀਂ, ਅਸੀਂ ਗੱਲ ਵੀ ਕਰਾਂਗੇ, ਉਹਦੀ ਲੋਚਨਾ ਵੀ ਕਰਾਂਗੇ, ਜੇ ਗਲਤ ਕਰੂਗਾ ਠੋਕ ਕੇ ਕਰਾਂਗੇ ਜੀ। ਸਾਥੀ ਸਾਹਿਬ ਮੈਂ ਕਰਕੇ ਸਰਦਾਰ ਕੁਲਦੀਪ ਸਿੰਘ ਜੀ ਇੱਕ ਆਖਰੀ ਕਾਲਰ ਨੇ ਲੈ ਲਾਂ ਤੇ ਫਿਰ ਆਪਾਂ ਗੱਲਬਾਤ ਨੂੰ ਸਮਾਪਤ ਕਰਨੇ ਕਿ ਅਗਲੇ ਮਹਿਮਾਨ ਦਾ ਟਾਈਮ ਹੋ ਗਿਆ। ਸਰਦਾਰ ਜਸਪਾਲ ਸਿੰਘ ਛੀਨਾ ਜੀ, ਤੁਸੀਂ ਇੱਥੇ ਹੋ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਇੱਥੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ 2 ਮਿੰਟਾਂ 2 ਸਕਿੰਟਾਂ ਹੀ ਦੱਸ ਦਿੰਦਾ। ਅਮਰੀਕ ਸਿੰਘ ਆਲੀਆ ਹੈਗਾ ਲੁਧਿਆਣੇ ਕੋਲ, ਉਹ ਐਮਜੀ ਇੰਡੀਆ ਦਾ। ਇਹ ਤਾਂ ਸਰ ਸੈਣੀ ਜਦੋਂ ਸੀਗਾ, ਜਿਹੜਾ ਗੱਲ ਸੀਗਾ ਬਾਦਲ ਦਾ ਬੰਦਾ ਉੱਥੇ ਜਿਹੜਾ ਆਰਡਰ ਦਿੰਦਾ ਸੀਗਾ ਉੱਥੇ ਡੀਐਸਪੀ ਜਾਂ ਐਸਪੀ ਹੋਊਗਾ ਕੋਈ ਵੀ, ਇਹ ਬਾਦਲ ਤੋਂ ਪੁੱਛ ਕੇ ਫਿਰ ਇਹ ਮੁੰਡੇ ਨੂੰ ਮਰਵਾਉਣ ਲਈ ਕਹਿੰਦਾ ਹੁੰਦਾ ਸੀਗਾ। ਗੱਲ ਨੂੰ ਵੀ ਸੱਦ ਲਓ, ਅਮਰੀਕ ਸਿੰਘ ਆਲੀਵਾਲ ਨੂੰ ਵੀ ਸੱਦ ਲਓ ਤੇ ਮੈਂ ਵੀ ਆਊਂਗਾ। ਇਹ ਸਾਰਾ ਬਾਦਲ ਦਾ ਹੀ, ਬਾਦਲ ਨੇ ਮੁੰਡੇ ਮਰਵਾਏ ਆ। ਇਹ ਆਰਡਰ ਬਾਦਲ ਦਾ ਹੁੰਦਾ ਸੀਗਾ, KPS ਕਦੇ ਗੱਲ ਕੋਲੇ ਵੀ ਜਾਂਦਾ ਸੀਗਾ। ਇਹ ਬਹੁਤ ਘਟੀਆ ਬੰਦਾ ਮੈਂ ਕਹਿੰਦਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ। ਚਲੋ ਖੈਰ, ਵਾਹਿ ਖਾਲਸਾ ਵਾਹਿਗੁਰੂ ਫਤਿਹ। ਪੱਟੀ ਸਾਹਿਬ ਆਪਾਂ ਸਾਰੀ ਗੱਲਬਾਤ ਨੂੰ ਸਮਾਪਤ ਕਰੀਏ, ਕਿਉਂਕਿ ਮੈਨੂੰ ਉਹ ਸਮਾਂ ਯਾਦ ਹੈ 1978 ਵਾਲਾ, ਜਦੋਂ ਨਿਰੰਕਾਰੀ ਕਾਂਡ ਵਾਪਰਿਆ ਸੀ। ਨਿਰੰਕਾਰੀ ਕਾਂਡ ਵੇਲੇ ਬੜੀ ਗੱਲਬਾਤ ਹੋਈ ਸੀ ਕਿ ਉਸ ਵਿਅਕਤੀ ਨੂੰ ਅੰਮ੍ਰਿਤਸਰੋਂ ਕੱਢਣ ਦੇ ਵਿੱਚ ਉਸ ਵੇਲੇ ਦੀ ਸਰਕਾਰ ਦਾ ਬੜਾ ਵੱਡਾ ਰੋਲ ਸੀ ਤੇ ਨਾਲ ਦੀ ਨਾਲ ਉਹਦੇ ਕੇਸ ਨੂੰ ਪੰਜਾਬ 'ਚੋਂ ਟ੍ਰਾਂਸਫਰ ਕਰਕੇ ਹਰਿਆਣੇ ਦੇ ਵਿੱਚ ਲਿਜਾਣ ਦੇ ਵਿੱਚ ਬੜਾ ਵੱਡਾ ਰੋਲ ਸੀ। ਭਾਵੇਂ ਜਥੇਦਾਰ ਰਣਜੀਤ ਸਿੰਘ ਉਹਨਾਂ ਨੇ ਆਪਣਾ ਜਿਹੜਾ ਕਾਰਜ ਕਰਨਾ ਸੀ ਉਹ ਕਰਨ ਦੇ ਵਿੱਚ ਸਫਲ ਰਹੇ ਨੇ, ਪਰ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ ਅਖੀਰ ਦੇ ਵਿੱਚ ਆਪਾਂ ਦਿੱਲੀ ਕਮੇਟੀ ਦੇ ਉੱਤੇ ਜਾਵਾਂਗੇ। ਤੁਹਾਨੂੰ ਕੀ ਇਹ ਸਾਰੀ ਗੱਲਬਾਤ ਦੇ ਵਿੱਚੋਂ ਲੱਗ ਰਿਹਾ ਹੈ ਕਿ ਦਿੱਲੀ ਕਮੇਟੀ ਦੇ ਵਿੱਚੋਂ ਕੀ ਦਿੱਲੀ ਦੇ ਸਿੱਖਾਂ ਨੇ ਮੰਨ ਲਿਆ ਕਿ ਅਸੀਂ ਉਹਨਾਂ ਲੋਕਾਂ ਨੂੰ ਹੀ ਸੱਤਾ ਦੇ ਉੱਤੇ ਬਿਠਾਵਾਂਗੇ ਜਿਹੜੇ ਸਾਡੇ ਗੋਲਕ ਨੂੰ ਬਕਾਇਦਾ ਲੁੱਟਣਗੇ? ਕਿਉਂਕਿ ਗੋਲਕ ਚੋਰੀ ਦਾ ਦੋਸ਼ ਮੈਂ ਨਹੀਂ ਲਾ ਰਿਹਾ, ਅਦਾਲਤਾਂ ਕਹਿ ਰਹੀਆਂ ਨੇ। ਪਾਸਪੋਰਟ ਜ਼ਬਤ ਹੋ ਗਿਆ, ਅਦਾਲਤਾਂ ਨੇ ਕਹਿ ਕੇ ਕੀ ਕਰਵਾਇਆ? ਮੇਰੇ ਕਹਿੰਦੇ ਕੌਣ ਪਾਸਪੋਰਟ ਰੋਕੂਗਾ? ਜੇ ਅਦਾਲਤਾਂ ਨੇ ਕਿਹਾ LOC ਜਾਰੀ ਕਰ ਦਿਓ, ਮੈਂ ਨਹੀਂ ਕਹਿ ਰਿਹਾ, ਅਦਾਲਤ ਨੇ ਕਿਹਾ। ਤੁਸੀਂ ਮੰਨਣ ਨੂੰ ਤਿਆਰ ਨਹੀਂ। ਨਹੀਂ ਜੀ, ਉਹ ਤਾਂ ਵੈਸੇ ਗੀਟੋ ਗੀਟੀ ਖੇਡ ਰਿਹਾ ਸੀ। ਨੋ, ਅਦਾਲਤ ਨੇ ਦੋਸ਼ ਲਾਏ ਨੇ, ਅਦਾਲਤ ਦੇ ਵਿੱਚ ਕੇਸ ਰਜਿਸਟਰ ਹੋਏ ਨੇ। ਹਾਂ, ਆਉਣ ਵਾਲੇ ਸਮੇਂ 'ਚ ਕਿਹੋ ਜਿਹਾ ਭਾਣਾ ਵਾਪਰਦਾ ਹੈ ਇਹ ਅਲੱਗ ਗੱਲ ਹੈ। ਉੱਥੇ ਜੱਜ ਵਿਕਦੇ ਆ, ਉਸ ਦਾ ਖਰੀਦ ਲੈਣ ਤੇ ਸਾਰੇ ਕੇਸ ਮਾਫ ਹੋ ਜਾਣ, ਫਿਰ ਬਹੁਤ ਵਧੀਆ ਗੱਲ ਹੈ। ਫਿਰ ਗੋਲਕ ਚੋਰ ਕੋਈ ਕਹਿ ਗਏ ਨਹੀਂ। ਗੋਲਕ ਚੋਰ ਦੇ ਦੋਸ਼ ਲੱਗੇ ਨੇ, ਪ੍ਰੂਵ ਨਹੀਂ ਹੋਏ, ਦੋਸ਼ ਲੱਗੇ ਨੇ। ਦੋਸ਼ਾਂ ਕਰਕੇ ਗੱਲਬਾਤ ਹੋ ਰਹੀ ਹੈ। ਚਲੋ ਜੇ ਨਹੀਂ ਵੀ ਲੱਗੇ ਮੰਨ ਲਿਆ ਜਾਵੇ, ਨਹੀਂ ਵੀ ਲੱਗਦੇ ਦੋਸ਼, ਨਾ ਵੀ ਕੋਰਟ ਦੇ ਵਿੱਚ ਜਾਂਦੇ, ਕੋਈ ਗੁਰਦੁਆਰਾ ਕਮੇਟੀ ਕਦੇ ਘਾਟੇ ਦੇ ਵਿੱਚ ਜਾ ਸਕਦੀ ਹੈ? ਕੋਈ ਡਿਵੈਲਪਮੈਂਟ ਨਹੀਂ ਹੋਈ, ਕੋਈ ਉੱਥੇ ਹੋਰ ਕੋਈ ਨਵੀਂ ਅਦਾਰਾ ਨਹੀਂ ਖੁੱਲਿਆ ਤੇ 123 ਕਰੋੜ ਖਤਮ। ਬਾਕੀ ਜਿਹੜੇ ਪੈਸੇ ਆਏ ਨੇ ਉਹ ਕਿੱਥੇ ਗਏ? ਸੋਨਾ ਸੀ, ਉਹਦੇ ਬਾਰੇ ਕਲੀਅਰ ਬਾਬਾ ਬਚਨ ਸਿੰਘ ਹੁਣੀ ਕਹਿ ਰਹੇ ਨੇ ਕਿ ਮੈਨੂੰ 2.5 ਕਿਲੋ ਮਿਲਿਆ ਤੇ ਸੰਗਤਾਂ ਕਹਿ ਰਹੀਆਂ ਨੇ ਕਿ 20 ਕਿਲੋ ਸੋਨਾ ਸੀ। ਪ੍ਰਧਾਨ ਜੀ ਖੁਦ ਕਹਿ ਰਹੇ ਨੇ। ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਮੈਂ ਨਹੀਂ ਕਹਿ ਰਿਹਾ, ਇਹ ਮੀਡੀਆ 'ਚ ਆਈਆਂ ਗੱਲਾਂ ਨੇ। ਕੁਲਦੀਪ ਸਿੰਘ ਨਾ ਸਰਸੇ ਦੇ ਖਿਲਾਫ ਹੈ, ਨਾ ਜਸਵੀਰ ਸਿੰਘ ਪੱਟੀ ਬਾਦਲਾਂ ਦੇ ਖਿਲਾਫ ਹੈ, ਨਾ ਸਾਡਾ ਸਰਨਾ ਦੋਸਤ ਹੈ ਤੇ ਨਾ ਹੀ ਜਥੇਦਾਰ ਰਣਜੀਤ ਸਿੰਘ ਦੁਸ਼ਮਣ ਹੈ।
ਸਾਡੀ ਤਾਂ ਡਿਊਟੀ ਹੈ ਕਿ ਸੱਚ ਜਿਹੜਾ ਲਿਆ ਕੇ ਤੁਹਾਡੇ ਸਾਹਮਣੇ ਰੱਖਣਾ ਹੈ। ਤੁਹਾਨੂੰ ਕੌੜਾ ਲੱਗੇ, ਤੁਹਾਨੂੰ ਔਖਾ ਲੱਗੇ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਅੰਨੀ ਸ਼ਰਧਾ ਕਿੰਨੀ ਕਿ ਉਹਨਾਂ ਮਾਲਕਾਂ ਦੇ ਉੱਤੇ। ਪਰ ਆਈ ਤਾਂ ਸੱਚ ਲਿਆਉਣਾ। ਪੱਟੀ ਸਾਹਿਬ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? 2-3 ਮਿੰਟ ਨੇ ਜੀ ਪੂਰੇ। ਮੈਂ 2-3 ਗੱਲਾਂ ਕਰਨੀਆਂ ਜੀ ਕਰੋ। ਪਹਿਲੀ ਗੱਲ ਤੁਸੀਂ ਸੋਧਾ ਸਾਹਿਬ ਦੀ ਗੱਲ ਕੀਤੀ ਸੀ। ਇੰਡੀਆ ਦੇ ਵਿੱਚ ਤੁਹਾਨੂੰ ਪਤਾ ਵਾ ਫੈਸਲੇ ਜ਼ਿਆਦਾ ਹੁੰਦੇ ਆ, ਇਨਸਾਫ ਘੱਟ ਹੁੰਦਾ ਜੀ। ਇਹ ਮੈਂ ਨਹੀਂ ਕਹਿ ਰਿਹਾ, ਆਮ ਤੁਸੀਂ ਸੁਣ ਲਓ ਕਿ ਫੈਸਲੇ ਹੁੰਦੇ ਆ, ਜਿਹੜੇ ਨਿਰਦੋਸ਼ ਆ ਉਹ ਟੰਗੇ ਜਾਂਦੇ ਆ, ਦੋਸ਼ੀ ਬਚ ਜਾਂਦੇ। ਬਿਲਕੁਲ। ਵਿਪਾਸਨਾ ਸਿੰਘ ਨੇ ਇੰਨੀ ਗੱਲ ਕਹੀ ਸੀ ਵੀਡੀਓ ਸਾਹਮਣੇ ਹੋ ਕੇ, ਕਹਿੰਦੀ ਤੁਸੀਂ ਮੈਨੂੰ ਮੇਰੇ ਤੇ ਕਿਹੜਾ ਇਲਜ਼ਾਮ ਲਾਇਆ, ਕਿਹੜੀ ਦੂਸ਼ਣਬਾਜ਼ੀ ਨਹੀਂ ਕੀਤੀ ਮੇਰਾ ਕਦੀ ਬਖਸ਼ ਲਿਆ, ਮੇਰੇ ਕੀ ਸਬੰਧ ਉਹਨਾਂ ਨਾਲ? ਮੀਡੀਆ ਤੋਂ ਜਵਾਬ ਨਹੀਂ ਕੋਈ ਹੈ ਕਿਸੇ ਕੋਲ ਕੀ ਸਬੰਧ ਸਾਬਤ ਕਰੋ, ਮੇਰੇ ਸਬੰਧ ਕੋਈ ਹੈਗੇ ਦੱਸੋ ਕੀ ਤਸਵੀਰਾਂ ਦਿਓ ਸਬੂਤ ਮੈਨੂੰ। ਤੁਸੀਂ ਮੈਨੂੰ ਇੰਨੀ ਗੰਦੀ ਰੇੜੀ ਬਣਾ ਛੱਡਿਆ, ਤੁਸੀਂ ਆਮ ਕਿਹਾ ਸੀ ਤੁਹਾਨੂੰ ਟੀਵੀ ਕਿਸਮ ਨੇ ਕੀ ਹੈ। ਚਲੋ ਉਹਦੇ ਕੀ ਸਬੰਧ ਕੋਈ ਉੱਚ ਨਹੀਂ ਹੁੰਦੇ, ਲੇਕਿਨ ਮੈਂ ਤਾਂ ਗੱਲ ਕਹਾਂ ਇੰਡੀਆ ਦੇ ਵਿੱਚ ਫੈਸਲੇ ਹੁੰਦੇ ਆ, ਇਨਸਾਫ ਘੱਟ ਹੁੰਦਾ। ਦੂਸਰੀ ਚੀਜ਼ ਜਿਹੜੀ ਤੁਸੀਂ ਨਿਰੰਤਰੀ ਗੱਲ ਕੀਤੀ ਹੈ, ਜਦੋਂ ਭਾਈ ਫੌਜਾ ਸਿੰਘ ਹੋਰੀ ਤੇ ਇਹ ਗਏ ਨੇ ਰੋਕਣ ਵਾਸਤੇ ਉਹਨੂੰ, ਤੇ ਅੱਗੇ ਇਹਨਾਂ ਨੂੰ ਮਿਲਿਆ ਵਾ ਅਨੂਪ ਸਿੰਘ ਇੰਸਪੈਕਟਰ ਸਿਟੀ। ਓਕੇ। ਇੰਸਪੈਕਟਰ ਸਿਟੀ ਸਾਰੇ ਬੰਦੇ ਫੜ ਕੇ ਉਹ ਥਾਣੇ ਲਾਇਆ। DIG ਨੇ ਕਿਹਾ ਤੁਸੀਂ ਝਗੜਾ ਹੋ ਸਕਦਾ, ਉਹ ਥਾਣੇ ਲਾਇਆ ਤੇ ਉਹਦੀ ਜੋਸ਼ੀ ਉਦੋਂ ਹੈਗਾ ਸੀ ਇੱਕ DSP। ਅੱਛਾ। ਉਹ ਬਕਾਇਦਾ ਤੌਰ ਤੇ ਆ ਵੀ ਤੂੰ ਉਹਨੂੰ ਥਾਣੇ ਘੁਮਾਇਆ। ਉਹ ਕਹਿੰਦਾ ਜੀ ਇੱਥੇ ਝਗੜਾ ਹੋ ਜਾਂਦਾ, ਬੰਦੇ ਮਰ ਜਾਣਗੇ। ਕਹਿੰਦਾ ਮਰਨਾ ਤੈਨੂੰ ਕੀ ਉਹਨੇ ਛੱਡ ਦੇਣਾ। ਉਹ ਬੰਦੇ ਗਏ, ਫਿਰ ਝਗੜਾ ਆਇਆ, ਬੰਦੇ ਮਰੇ, ਤੇ ਉਹਦਾ ਸੰਤਾਪ ਸਾਨੂੰ ਅੱਜ ਤੱਕ ਭੁਗਤਣਾ ਪਿਆ। ਅੱਜ ਤੱਕ ਬਿਲਕੁਲ ਜੀ। ਅਸੀਂ ਇਹ ਕਦੀ ਵੀ ਨਿਰੰਤਰੀ ਨੂੰ ਕਹਾ ਸੀ ਵੀ ਤੂੰ ਆਪਣੀ ਮਰਜ਼ੀ ਕਰ, ਇਹ ਨਹੀਂ ਹੋ ਸਕਦਾ ਕਿ ਤੁਸੀਂ ਰੋਕਣਾ। ਤੇ ਜੀਵਨ ਸਿੰਘ ਹੋਰਾਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਬਾਹਰ ਲੈ ਕੇ ਆਇਆ। ਉਹ ਵੀ ਸ਼੍ਰੋਮਣੀ ਅਕਾਲੀ ਦਲ 13 ਅਪ੍ਰੈਲ ਨੂੰ ਘਟਨਾ ਵਾਪਰਦੀ ਹੈ ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਉਦੋਂ ਮੰਤਰੀ ਸੀ, ਉਦੋਂ ਮਾਲ ਮੰਤਰੀ ਸੀ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ। 13 ਅਪ੍ਰੈਲ ਨੂੰ ਘਟਨਾ ਨਹੀਂ ਜੀ, ਖੱਤਰ ਸਰਕਾਰ ਬਾਦਲ ਦੀ ਸੀ। ਮੈਂ ਤਾਂ ਸ਼ਰਧਾਲੂਆਂ ਦੀ ਗੱਲ ਕਰਦਾ ਜੀ। ਹਾਂਜੀ। ਉਹ ਕਹੀ ਜਾਣ 13 ਅਪ੍ਰੈਲ 1970 ਨੂੰ ਕਾਂਡ ਵਾਪਰਦਾ ਵਾ ਜੀ। 17 ਅਗਸਤ 1978 ਨੂੰ ਬਕਾਇਦਾ ਤੌਰ ਤੇ ਇੱਕ ਸਮਾਗਮ ਹੁੰਦਾ ਵਾ ਬਾਬਾ ਬਕਾਲੇ ਰੱਖੜ ਪੁੰਨਿਆ ਦਾ, ਤੇ ਸੰਤ ਭਿੰਡਰਾਂ ਵਾਲੇ ਉੱਠ ਕੇ ਕਹਿੰਦੇ ਵੀ ਭਾਈ ਆਪਾਂ ਜਿਹੜਾ ਇਹਨਾਂ ਦਾ ਨਿਰੰਕਾਰੀ ਭਵਨ ਅੰਮ੍ਰਿਤਸਰ 'ਚ ਬੰਦ ਕਰਾਉਣਾ ਵਾ, ਤਿਆਰ ਹੋ ਸੰਤੋ ਜੀ। ਤੇ ਉਦੋਂ ਉਮਰਾਂ ਨੇ ਕੋਲ ਇੰਨੀ ਗੱਲ ਉੱਠ ਕੇ ਕਹੀ, ਉਹ ਸਾਡਾ ਤੂੰ ਆਈ ਬੰਦ ਕਰ, ਤੇਰੀ ਇੱਕ 'ਚ ਗੋਲੀ ਨਾ ਮਾਰੀ, ਨਹੀਂ ਮਰਜ਼ੀ ਆਖੀ। ਸੰਗਤ ਉੱਠ ਕੇ ਗਾਲ ਪੈ ਗਈ ਜੀ। ਗਾਲ ਤੇ ਬੜੀ ਮੁਸ਼ਕਲ ਨਾਲ ਬਣਿਆ ਸੀ ਉਦੋਂ ਜੀਵਨ ਸਿੰਘ ਹੋਰਾਂ ਮਨੰਗਰ ਜੀ। ਤਲਵੰਡੀ ਸਾਹਿਬ ਪ੍ਰਧਾਨ ਸੀ ਤੇ ਬਾਦਲ ਸਾਹਿਬ ਮੁੱਖ ਮੰਤਰੀ ਸਟੇਜ ਤੇ ਬੈਠੇ। ਕਹਿੰਦੇ ਤਲਵੰਡੀ ਨੂੰ ਕਹਿੰਦੇ ਵੀ ਤੂੰ ਕਹਿ ਬਸੰਤ ਨੂੰ ਕਹਿ ਸਾਨੂੰ ਬਚਾਵੇ ਇਸ ਤੋਂ ਲੋਕਾਂ ਕੋਲੋਂ, ਸਾਨੂੰ ਲੋਕਾਂ ਮਾਰਨਾ ਫਿਰਦੇ। ਅੱਛਾ। ਉਹ ਕਹਿੰਦਾ ਤੇਰਾ ਮੂੰਹ ਖੋਰਾ, ਤੂੰ ਆਪੇ ਕਹਿੰਦੇ। ਫਿਰ ਬਾਦਲ ਸਾਹਿਬ ਦੇ ਸੰਤਾਂ ਨੂੰ ਜਾ ਕੇ ਗੱਲ ਕਹੀ ਵੀ ਸਾਂਝੀ ਇਹਨਾਂ ਲੋਕਾਂ ਨੂੰ ਬਿਠਾਓ। ਇਹ ਰੌਲਾ ਪੈ ਗਿਆ, ਜੇ ਇਹ ਭੀੜ ਭੜਕ ਗਈ ਤੇ ਮੈਂ ਸਾਡੇ ਪੱਲੇ ਖੋਲ ਤੁਹਾਡੇ ਪੱਲੇ ਕਿਸਰਾ ਲੱਗੇ। ਤੇ ਸੰਤਾਂ ਦੇ ਸਟੇਜ ਤੋਂ ਕਿਹਾ ਸੀ ਵੀ ਤੁਸੀਂ ਇੱਕ ਨੂੰ ਬੈਠੋ, ਗੱਲ ਸੁਣੋ। ਉਮਰਾਂ ਥੋੜਾ ਆਪਣੀ ਗੱਲ ਕਰਨੀ ਚਾਹੁੰਦੇ ਆ, ਸੰਗਤ ਦੀ ਬਿਲਕੁਲ ਨਹੀਂ, ਬਿਲਕੁਲ ਨਹੀਂ। ਇਹ ਤੁਹਾਡੇ ਵਰਤੇ ਨੇ, ਇਹ ਸਾਡੇ ਤਾਂ ਹੰਡਾਏ ਨੇ ਸਰੀਰਾਂ ਦੇ, ਅਸੀਂ ਆਪਣੇ ਸਾਰੇ। ਇਸ ਕਰਕੇ ਜਿਹੜੀ ਗੱਲ ਤੁਸੀਂ ਦਿੱਲੀ ਦੀ ਕੀਤੀ ਆ, ਸਾਨੂੰ ਇਹ ਕੋਈ ਮਤਲਬ ਨਹੀਂ। ਉੱਥੇ ਸੰਸਥਾ ਪ੍ਰਧਾਨ ਬਣੇ, ਉੱਥੇ ਮਨਜੀਤ ਸਿੰਘ ਜੀਕੇ ਬਣੇ, ਉੱਥੇ ਸਰਨਾ ਬਣੇ, ਕੋਈ ਨਾ ਬਣੇ। ਮੈਂ ਗੱਲ ਕਹੂੰਗਾ ਅੱਜ ਵੀ ਦਿੱਲੀ ਦੇ ਸਿੱਖਾਂ ਨੇ ਫਤਵਾ ਜਿਹੜਾ ਅਕਾਲੀ ਦਲ ਬਾਦਲ ਨੂੰ ਦਿੱਤਾ। ਬਿਲਕੁਲ ਬਿਲਕੁਲ ਦਿੱਤਾ ਜੀ। ਅਸੀਂ ਕੋਈ ਉੱਥੇ ਕਿੰਤੂ ਨਹੀਂ ਕਰ ਸਕਦੇ। ਸਮੀਕਰਨ ਕੀ ਹੁੰਦੇ ਸਾਨੂੰ ਨਹੀਂ ਪਤਾ, ਉੱਥੇ ਕੌਣ ਪ੍ਰਧਾਨ ਬੰਦਾ ਕੌਣ ਨਹੀਂ ਬਣਦਾ, ਉਹ ਤੇ 25 ਦਿਨ ਪਤਾ ਲੱਗੂਗਾ। ਲੇਕਿਨ ਅੱਜ ਦੀ ਡੇਟ ਦੇ ਵਿੱਚ ਦਿੱਲੀ ਦੇ ਸਿੱਖਾਂ ਨੇ ਫਤਵਾ ਦਿੱਤਾ, ਉਹਨਾਂ ਦਾ ਹੱਕ ਬਣਦਾ। ਉਹ ਕਹਿ ਜੋ ਕਹਿੰਦੇ ਵੀ ਅਸੀਂ ਗੋਡਲ ਲੁੱਟੀ ਇਹ ਲੁੱਟੀ ਅੱਜ ਲੁੱਟਾਂਗੇ, ਜੋ ਕਰਨਾ ਕਰ ਲਓ ਜੀ। ਬਿਲਕੁਲ ਬਿਲਕੁਲ ਫਸ ਦਿੱਤਾ ਉਹਨਾਂ ਨੂੰ, ਅਸੀਂ ਗੋਲ ਲੁੱਟਣ ਦਾ। ਪਰ ਇਹ ਗੱਲ ਹੈਗੀ ਹੈ, ਜਦੋਂ ਅੱਜ ਦੀ ਡੇਟ ਦੇ ਵਿੱਚ ਸਾਡੀਆਂ ਧਾਰਮਿਕ ਸਥਾਨਾਂ ਦਾ ਕਿਰਦਾਰ ਕਿੱਥੇ ਸੀ, ਕਿੱਥੇ ਆ ਕੇ ਖੜ ਗਿਆ। ਦਿੱਲੀ ਦੀਆਂ ਸੰਸਥਾਵਾਂ ਜਿਹੜੇ ਸਕੂਲ ਸੀ ਉਹਦੇ ਵਿੱਚ ਗੁਰਦੀਪ ਸਿੰਘ ਜੀ ਬਕਾਇਦਾ ਤੌਰ ਤੇ ਲੋਕ ਆਉਂਦੇ ਸੀ, ਸਿਫਾਰਿਸ਼ ਲੈ ਕੇ ਉਹਨਾਂ ਨੂੰ ਦਿੰਦੇ ਸੀਗੇ, ਹਾਂ ਮੇਰਾ ਬੱਚਾ ਦਾਖਲ ਕਰ ਲਓ ਜੀ।
ਬਿਲਕੁਲ। ਉਹ ਕਹਿੰਦੇ ਨਹੀਂ ਬੱਚਾ ਮੈਰਿਟ ਤੇ ਦਾਖਲ ਕਰਾਂਗੇ ਜੀ, ਅਸੀਂ ਬੰਦਾ ਬੱਚਾ ਦਾਖਲ ਕਰਨਾ ਹੋ ਜਾਏ ਨਲਾਇਕ ਹੈਗਾ ਜਿਹੜਾ ਮਰਜ਼ੀ ਹੋਵੇ ਜੀ। ਅੱਜ ਉਹ ਸੰਸਥਾਵਾਂ ਸਾਡੀਆਂ ਵੱਧ ਹੋਣ ਕਰੇ ਪਈਆਂ, ਉਹਦਾ ਜ਼ਿੰਮੇਵਾਰ ਕੌਣ ਹੈਗਾ? ਕਿਉਂ ਵੱਧ ਹੋਣ ਪਈਆਂ? ਪਰ ਫਿਰ ਵੀ ਜਦੋਂ ਸਿੱਖਾਂ ਨੇ ਬਾਦਲ ਦੇ ਹੱਥ 'ਚ ਦਿੱਤਾ ਫਤਵਾ, ਉਹਦਾ ਅਸੀਂ ਕਰਨਾ ਬਣਦਾ, ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ ਕਿ ਤੁਹਾਡੀ ਜਿਹੜੀ ਤੁਹਾਡੇ ਆਪਣੀ ਪੱਤਰਤਾ ਜੋ ਮਰਜ਼ੀ ਕਰੋ ਤੁਸੀਂ ਜੀ। ਬਿਲਕੁਲ ਜੀ ਜੀ। ਭੱਟੀ ਸਾਹਿਬ ਕਹਿ ਦਿਨੋਂ ਧੰਨਵਾਦ। ਤੁਸੀਂ ਐਤਵਾਰ ਵਾਲੇ ਦਿਨ, ਛੁੱਟੀ ਵਾਲੇ ਦਿਨ ਵੀ ਸਮਾਂ ਕੀਤਾ, ਸਾਰੀ ਗੱਲਬਾਤ ਦਾ ਵਿਸ਼ਲੇਸ਼ਣ ਕੱਢਿਆ। ਹੋਰ ਕਾਲਰ ਮੈਂ ਇਸ ਵਿਸ਼ੇ ਦੇ ਨਹੀਂ ਲੈ ਸਕਾਂਗਾ ਕਿਉਂਕਿ 9:15 ਵਜੇ ਦਾ ਟਾਈਮ ਦੂਸਰੇ ਮਹਿਮਾਨ ਦਾ ਸੀ, ਪਰ ਲੇਟ ਹੋ ਗਿਆ। ਫਿਰ ਵੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਜਿਹੜੀ ਪਾਰਟੀ ਨਾਲ ਤੁਸੀਂ ਜੁੜੇ ਹੋ, ਹਰੇਕ ਹੀ, ਕੋਈ ਕਾਂਗਰਸ ਨਾਲ ਜੁੜਿਆ, ਕੋਈ ਚਿੱਟੀ ਟੋਪੀ ਵਾਲਿਆਂ ਨਾਲ ਜੁੜਿਆ, ਕੋਈ ਸਿਮਰਨਜੀਤ ਸਿੰਘ ਮਾਨ ਨਾਲ ਜੁੜਿਆ, ਅਲੱਗ-ਅਲੱਗ ਜਿੱਥੇ ਜਿੱਥੇ ਜੁੜੇ ਹੋ ਤੁਹਾਡਾ ਵਿਸ਼ਵਾਸ ਹੈ, ਤੁਹਾਡੀ ਪਰਪੱਕਤਾ ਹੈ ਕਿ ਆਪਣੇ ਮਾਲਕ ਨੂੰ ਜੇ ਪ੍ਰੂਵ ਵੀ ਹੋ ਜਾਂਦਾ ਹੈ ਕਿ ਚੋਰ ਹੈ, ਚੋਰ ਨਹੀਂ ਕਹਿਣ ਦੇਣਾ। ਜਿਵੇਂ ਮੈਂ ਐਗਜ਼ਾਮਪਲ ਦੇ ਕੇ ਗਿਆ ਗੁਰਮੀਤ ਰਾਮ ਰਹੀਮ ਦੀ, ਉਹ ਕਹਿੰਦੇ ਨਹੀਂ ਸਾਡਾ ਫਿਰ ਵੀ ਪਿਤਾ ਜੀ ਹੈ, ਕਿਉਂਕਿ ਉਹਨਾਂ ਦੇ ਪਿਤਾ ਜੀ ਨੂੰ ਬਰੀ ਕਰਾਉਣ ਦੇ ਲਈ 92 ਲੱਖ ਰੁਪਇਆ ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਜਿਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਆ, ਉਹਨੇ ਲਾਇਆ ਸੀ ਕਿ ਗੁਰਮੀਤ ਰਾਮ ਰਹੀਮ ਉਹਨਾਂ ਦਾ ਹੀ ਨਹੀਂ ਬਲਕਿ ਸਾਡਾ ਵੀ ਪਿਤਾ ਹੈ, ਕਿਉਂਕਿ ਅਸੀਂ ਇਹਦੀ ਚਿੱਠੀ ਚੰਡੀਗੜ੍ਹ ਤੋਂ ਹਿੰਦੀ ਦੇ ਵਿੱਚ ਲਿਖੀ ਹੋਈ ਚਿੱਠੀ ਨੂੰ ਕਰਾਮਾਤੀ ਤਰੀਕੇ ਨਾਲ ਪੰਜਾਬੀ ਦੇ ਵਿੱਚ ਅਕਾਲ ਤਖਤ ਤੱਕ ਪਹੁੰਚਣ ਦੇ ਲਈ ਅਸੀਂ ਕਰਦੇ ਆ। ਸਾਡੇ ਵੋਟਰ ਨੇ, ਅਸੀਂ ਸਾਡੇ ਪਿਤਾ ਜੀ ਨੂੰ ਕਿਵੇਂ ਕਹਿ ਦਈਏ ਕਿ ਉਹ ਦੋਸ਼ੀ ਹੈ? ਨੋ, ਉਹ ਨਿਰਦੋਸ਼ ਹੈ। 3 ਹੁਕਮਨਾਮੇ ਜੇ ਕੀਤੇ ਨੇ ਜਾਰੀ, ਕਿਹਦੀ ਸੱਤਾ 'ਚ ਕੀਤੇ ਨੇ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਤੇ ਮੈਨੂੰ ਸਾਰਿਆਂ ਨੂੰ ਪਤਾ ਹੈ। ਤਹਿ ਦਿਲੋਂ ਧੰਨਵਾਦ। ਹਾਂ, ਕਈ ਵਾਰੀ ਮੁਸ਼ਕਲ ਜ਼ਰੂਰ ਹੁੰਦਾ ਹੈ ਜਦੋਂ ਪਾਰਟੀ ਦੀ ਗੱਲਬਾਤ ਚੱਲਦੀ ਹੈ ਆਪਣੀ ਪਾਰਟੀ ਦੀ, ਤੇ ਫਿਰ ਦੁੱਖ ਹੁੰਦਾ ਹੈ। ਮੈਂ ਆਪ ਕਹਿ ਰਿਹਾ 45 ਸਾਲਾਂ ਤੋਂ ਮੈਂ ਦੇਖ ਰਿਹਾ, ਬਲਕਿ 45 ਹੋ ਗਏ ਪੂਰੇ, ਯਸ 45 ਸਾਲਾਂ ਤੋਂ ਮੇਰੇ ਆਪਣੇ ਪਿੰਡ ਦੇ ਵਿੱਚ ਸਾਰਾ ਪਿੰਡ ਸਾਡਾ ਅਕਾਲੀ ਹੈ। ਜਦਕਿ ਪਹਿਲੀ ਵਾਰੀ ਹੋਇਆ ਕਿ ਉਹ ਕਹਿੰਦੇ ਵੀ ਨੋ, ਸਰਪੰਚ ਬਣਨ ਨਹੀਂ ਦੇਣਾ, ਜਦਕਿ ਅਕਾਲੀ ਦਲ ਦਾ ਸਰਪੰਚ ਨਹੀਂ ਬਣਿਆ। ਮੈਨੂੰ ਇਸ ਗੱਲ ਦਾ ਦੁੱਖ ਹੈ, ਪਰ ਕਰੀਏ ਕਿ ਹਾਲਾਤ ਇਹੋ ਜਿਹੇ ਬਣ ਗਏ ਨੇ। ਵਪਾਰਕ ਵਕਫਾ ਲੈ ਲਈਏ ਤੇ ਵਪਾਰਕ ਵਕਫੇ ਤੋਂ ਬਾਅਦ ਇੱਕ ਬਹੁਤ ਹੀ ਸੁਲਝੀ ਹੋਈ ਸ਼ਖਸੀਅਤ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ। ਭੱਟੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ। ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਲੈਂਦੇ ਹੋ, ਇਹ ਤੁਹਾਡੇ ਤੇ ਹੈ। ਵਾਪਸ